ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਚੋਂ ਕੰਚਨ ਭਇਓ, ਸ਼ਬਦ ਗੁਰ ਸਰਵਨੈ ਸੁਣਿਓ। ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਲੋਕ ਪਰਲੋਕ ਦੇ ਸਹਾਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਆਪ ਜੀ ਬੜੇ ਪਿਆਰ ਭਾਵਨਾ ਸਹਿਤ ਹਰ ਰੋਜ਼ ਗੁਰੂ ਕੇ ਦਰਬਾਰ ਅੰਦਰ ਪਹੁੰਚ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ, ਸ਼ਹਾਦਤ ਨਾਲ ਸੰਬੰਧਿਤ ਉਹਨਾਂ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਸਰਵਣ ਕਰਕੇ ਨਿਰਸੰਸ਼ੇ ਆਪ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਆਓ ਅੱਜ ਦੇ ਪ੍ਰਸੰਗ ਵਿੱਚ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਾਲੇ ਗੁਰਸਿੱਖ, ਜਿਨ੍ਹਾਂ ਨਾਲ ਉਹ ਹਰ ਰੋਜ਼ ਸੰਵਾਦ ਵਿਚਾਰਾਂ ਕਰਦੇ ਸਨ, ਜਿਨ੍ਹਾਂ ਨੂੰ ਜੀਵਨ ਦਾ ਰਸਤਾ ਦੱਸਦੇ ਸਨ, ਬਾਣੀ ਦੁਆਰਾ, ਗੱਲਬਾਤ ਦੁਆਰਾ, ਉਹਨਾਂ ਗੁਰਸਿੱਖਾਂ ਦੇ ਪ੍ਰਸੰਗ ਵਿਚਾਰਾਂਗੇ। ਔਰ ਨਾਲ ਉਹਨਾਂ ਦੀ ਸ਼ਹਾਦਤ ਦਾ ਪਹਿਲਾ ਕਾਰਨ ਹਰਿਮੰਦਰ ਸਾਹਿਬ ਦੀ ਉਸਾਰੀ, ਸਿੱਖ ਧਰਮ ਨੂੰ ਕੇਂਦਰ ਦੇਣਾ, ਇਹ ਵੀ ਆਪਾਂ ਇੱਥੋਂ ਅੱਜ ਸ਼ੁਰੂ ਕਰਾਂਗੇ। ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਨ ਆਪਾਂ 2 ਦਿਨ ਵਿਚਾਰਨੇ ਨੇ, ਔਰ ਬਾਅਦ ਵਿੱਚ ਸ਼ਹਾਦਤ ਕਿਵੇਂ ਹੋਈ ਇਹਦੇ ਨਾਲ ਸੰਬੰਧਿਤ ਸਤਿਗੁਰੂ ਕਿਰਪਾ ਕਰਨਗੇ। ਆਓ ਸਤਿਗੁਰਾਂ ਦੀ ਉਸਤਤ ਵਡਿਆਈ ਵਿੱਚ ਜੁੜੀਏ। ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਆਪ ਜੀ ਕਰੋ ਕਿਰਪਾ, ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਪਾਵਨ ਪਵਿੱਤਰ ਬਾਣੀ ਵਿੱਚ ਜਿੱਥੇ ਪਰਮਾਤਮਾ ਦੀ ਉਸਤਤ ਕੀਤੀ,
ਓਨੀ ਹੀ ਉਸਤਤ ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਦੀ ਵੀ ਕੀਤੀ ਹੈ। ਜਿਹੜੇ ਸੇਵਕ ਸਿੱਖ ਗੁਰਮੁਖ ਭਗਤ ਜਨ ਗੁਰੂ ਦੇ ਦੱਸੇ ਮਾਰਗ ਤੋਂ 1 ਇੰਚ ਵੀ ਇੱਧਰ ਉੱਧਰ ਨਹੀਂ ਹੋਏ। ਇਉਂ ਜਾਣੋ ਕਿ ਗੁਰਸਿੱਖਾਂ ਨੇ ਆਪਣੇ ਜੀਵਨ ਦੀ ਵਾਗਡੋਰ ਆਪਣਾ ਮਨ, ਆਪਣਾ ਤਨ ਤੇ ਧਨ ਆਪਣੇ ਗੁਰੂ ਨੂੰ ਸੌਂਪ ਦਿੱਤਾ। ਤੇ ਜਦੋਂ ਸਿੱਖ ਆਪਣਾ ਆਪ ਗੁਰੂ ਨੂੰ ਸੌਂਪਦਾ ਹੈ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਉਸ ਸਿੱਖ ਅਤੇ ਗੁਰੂ ਦਾ ਸੰਬੰਧ ਪਵਿੱਤਰ ਬਾਣੀ ਵਿੱਚ ਕਈ ਥਾਵਾਂ ਤੇ ਉਚਾਰਨ ਕਰਦੇ ਨੇ। ਜਿਸ ਸਿੱਖ ਨੇ, ਜਿਵੇਂ ਕਿ ਉਹਨਾਂ ਦੇ ਨਾਮਵਾਰ ਸਿੱਖ ਸਨ, ਨਾਮ ਲਈਏ ਤੇ ਭਾਈ ਮੰਝ ਜੀ ਨੇ, ਭਾਈ ਤੀਰਥਾ ਜਿਨ੍ਹਾਂ ਨੂੰ ਕਹਿੰਦੇ ਸੀ, ਜਿਨ੍ਹਾਂ ਨੂੰ ਸਤਿਗੁਰੂ ਨੇ ਕਿਹਾ ਮੰਝ ਇੱਕ ਜਹਾਜ਼ ਹੈ ਤੇ ਇਸ ਜਹਾਜ਼ ਤੇ ਚੜ੍ਹ ਚੜ੍ਹ ਕੇ ਲੋਕ ਭਵ ਸਾਗਰ ਤੋਂ ਪਾਰ ਹੋ ਜਾਣਗੇ। ਉਹਨਾਂ ਦੇ ਸਿੱਖ ਭਾਈ ਕਟਾਰੂ ਜੀ, ਜਿਨ੍ਹਾਂ ਦੀ ਉਹਨਾਂ ਨੇ ਪੈਜ ਰੱਖੀ ਪੂਰਾ ਸੌਦਾ ਤੋਲਣ ਦੇ ਬਦਲੇ। ਉਹਨਾਂ ਦਾ ਗਜਨੀ ਦੇ ਰਹਿਣ ਵਾਲਾ ਸਿੱਖ ਭਾਈ ਤਲੋਖਾ, ਜਿਹਨੂੰ ਇੱਕ ਉਪਦੇਸ਼ ਦਿੱਤਾ ਸੀ, ਤੂੰ ਜੀਵ ਮਾਰ ਨਹੀਂ ਕਰਨੀ। ਉਹਨਾਂ ਦਾ ਜੀਵਨ ਵੀ ਸਤਿਗੁਰਾਂ ਨੇ ਸਵਾਰਿਆ। ਇੱਕ ਨਹੀਂ, ਕਦੀ ਸੇਵਾ ਕਰਨ ਵਾਲੇ ਭਾਈ ਬਹਿਲੋ ਨੂੰ ਕਹਿੰਦੇ ਨੇ, ਤੂੰ ਸਭ ਤੋਂ ਪਹਿਲੋਂ ਸੇਵਾਦਾਰ ਹੈ, ਸੇਵਾ ਕਰਦਾ। ਤੇ ਭਾਈ ਭਗਤੂ, ਇਹ ਸਿੱਖ ਕੇਵਲ ਥੋੜ੍ਹੇ ਜਿਹੇ ਮੈਂ ਆਪ ਜੀ ਦੇ ਨਾਲ ਨਾਮ ਸਾਂਝੇ ਕੀਤੇ, ਪਰ ਗੁਰੂ ਅਰਜਨ ਦੇਵ ਜੀ ਉਸ ਗੁਰਸਿੱਖ ਨਾਲ ਕਿੰਨਾ ਕੁ ਹਿੱਤ ਕਰਦੇ ਨੇ, ਕਿੰਨਾ ਪਿਆਰ ਕਰਦੇ ਨੇ। ਤੇ ਨਾਲ ਉਹਨਾਂ ਨੇ ਇਹਨਾਂ ਸਿੱਖਾਂ ਦੇ ਜੀਵਨ ਬਾਰੇ ਵੀ ਬਾਣੀ ਵਿੱਚ ਜ਼ਿਕਰ ਕੀਤਾ ਹੈ। ਮੈਂ ਥੋੜ੍ਹਾ ਚਿਰ ਬਾਣੀ ਵਿੱਚੋਂ ਉਹਨਾਂ ਦੇ ਹਵਾਲੇ ਆਪ ਜੀ ਨਾਲ ਸਾਂਝੇ ਕਰ ਸਕਾਂ। ਸਾਹਿਬ ਨੇ ਬਚਨ ਕੀਤਾ ਕਿ ਜਿੱਦਣ ਕੋਈ ਸਿੱਖ ਆਪਣਾ ਮਨ, ਤਨ ਤੇ ਧਨ, ਸਾਰਾ ਜੀਵਨ ਆਪਣੇ ਗੁਰੂ ਨੂੰ ਸੌਂਪ ਦਿੰਦਾ ਹੈ, ਤੇ ਉਹਦੇ ਤੋਂ ਬਾਅਦ ਸਿੱਖ ਨੂੰ ਭਾਵੇਂ ਨਾ ਦਿਸੇ, ਪਰ ਗੁਰੂ ਦਿਨ ਰਾਤ ਉਸ ਸਿੱਖ ਦਾ ਪਹਿਰਾ ਦਿੰਦਾ, ਉਹਦੀ ਪਹਿਰੇਦਾਰੀ ਕਰਦਾ ਹੈ, ਉਹਦੀ ਪਾਲਣਾ ਕਰਦਾ ਹੈ, ਉਹਦੀ ਹਿਫਾਜ਼ਤ ਕਰਦਾ ਹੈ, ਉਹਦੀ ਰਾਖੀ ਕਰਦਾ ਹੈ। ਸਤਿਗੁਰਾਂ ਦਾ ਆਪਣਾ ਹੀ ਬਚਨ ਹੈ, ਸੁਖਮਣੀ ਸਾਹਿਬ ਵਿੱਚ ਪੜ੍ਹਿਆ ਜਾਂਦਾ ਹੈ। ਸਾਹਿਬ ਕਹਿੰਦੇ ਨੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਜਿਹੜਾ ਸਿੱਖ ਆਪਣਾ ਆਪ ਗੁਰੂ ਨੂੰ ਸੌਂਪਦਾ ਹੈ ਤੇ ਗੁਰੂ ਫਿਰ ਉਹਦੀ ਪਾਲਣਾ ਕਰਨ ਲੱਗ ਪੈਂਦਾ। ਇੱਕ ਪ੍ਰਕਾਰ ਨਾਲ ਨਹੀਂ, ਹਰ ਪ੍ਰਕਾਰ ਦੇ ਨਾਲ, ਕਈ ਤਰ੍ਹਾਂ ਦੇ ਨਾਲ। ਭਾਵੇਂ ਉਹ ਵੱਖਰਾ ਵੱਖਰਾ ਹੈ, ਉਹਦਾ ਪਤਾ ਨਹੀਂ, ਇਹ ਵੀ ਉਹਦੇ ਵਿੱਚ ਆ ਜਾਂਦਾ ਹੈ। ਕਈ ਵਾਰੀ ਗੁਰੂ ਝਿੜਕਦਾ ਹੈ, ਕਈ ਵਾਰੀ ਉਪਦੇਸ਼ ਕਰਦਾ ਹੈ, ਤੇ ਉਪਦੇਸ਼ ਇੱਕ ਤਰ੍ਹਾਂ ਦਾ ਨਹੀਂ। ਸਾਹਿਬ ਨੇ ਆਪ ਲਿਖਿਆ ਬਾਣੀ ਵਿੱਚ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ। ਮਾਂ ਵਰਗਾ ਪਿਆਰ ਦਿੰਦਾ ਗੁਰੂ ਸਿੱਖ ਨੂੰ। ਇਹਦੇ ਤੋਂ ਪਹਿਲਾ ਬਚਨ ਹੈ ਕਿ ਜੇ ਕੋਈ ਸਿੱਖ ਅਪਰਾਧ ਕਮਾ ਕੇ ਆਵੇ ਤੇ ਤਾਂ ਵੀ ਮਾਂ ਬਣ ਕੇ ਝਿੜਕਦਾ ਉਸ ਨੂੰ ਠੁਕਰਾਉਂਦਾ ਨਹੀਂ, ਬਾਹਰ ਨਹੀਂ ਕੱਢਦਾ। ਸਤਿਗੁਰਾਂ ਦੇ ਬਚਨ ਨੇ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੇ। ਪਿਛਲੇ ਔਗੁਣ ਬਖਸ਼ ਲਏ ਪ੍ਰਭ, ਤੇ ਅੱਗੋਂ ਨੂੰ ਸਮਝਾਉਂਦਾ ਹੈ ਵੀ ਪਰਤ ਕੇ ਇਹ ਕੰਮ ਨਾ ਕਰੀ, ਅੱਗੋਂ ਸਿੱਧੇ ਮਾਰਗ ਤੇ ਤੋਰ ਦਿੰਦਾ। ਸਤਿਗੁਰੂ ਤੇ ਸਿੱਖ ਦਾ ਸੰਬੰਧ ਬਾਣੀ ਵਿੱਚੋਂ ਸਾਹਿਬ ਨੇ ਬਚਨ ਕਿਹਾ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ। ਗੁਰੂ ਸਿੱਖ ਨੂੰ ਸਦਾ ਹੀ ਦਿਆਲੂ ਨਜ਼ਰ ਨਾਲ ਵੇਖਦਾ ਹੈ। ਇੱਕ ਦਿਨ ਪਹਿਲਾਂ ਬਿਰਤੀ ਕੀਤੀ ਸੀ ਆਪ ਜੀ ਨਾਲ, ਗੁਰੂ ਬਿਰਤੀ ਸਾਂਝੀ ਕੀਤੀ
कि गुरु कदी सिख नाल गुस्से नहीं, कदी नाराज नहीं। जो दुख भी देंदा लगदा कई बारी बई गुरु दुख देंदा सिख नूं, ਉਹਦੇ दुख का कारण भी कोई हुंदा है, ਉਹਦੇ पिछे सब कुछ उस सिख नूं पता नहीं। गुरु जे दुख भी दे ते तां भी वो भला करदा है। साहिब ने कहा, कहन लगे सतगुर सिख की करै प्रतिपाल, सेवक को गुर सदा दयाल। होर अगे बचन कीता, गुरु सिख दे उत्ते काम की करदा है, की काम करदा ਉਹਦੇ होर ते कोई साझ नहीं। संसार दे लोग कहते ने कि प्यो पुत्र का संबंध है, संसार है, संसारक रिश्ता है। पति पत्नी का संबंध है, कोई लैण देण है। माँ पुत्र का संबंध है, माँ ने पुत्र नूं जन्म दिता है, पालिया दिसदा है। मित्र मित्र का संबंध एक दूजे तो लैण देण करते हैं। दुनिया दे विच जिन्ने भी संबंध ने उन्हां दे कुछ ना कुछ प्रयोजन नज़र आउंदे ने, पर जे तुसी गुरु ते सिख नूं वेखोगे इन्हां दा बाहरी तौर ते कोई प्रयोजन नज़र नहीं आएगा। बस सिख आई जांदा है ते गुरु दी उस्तत करी जांदा। संसार दे लोग ते कई बार ये भी कह देंदे ने ये नशा है अफीम दा, धर्म जिहड़ा मिलना इहदे विचों की। पर अदृष्ट तौर ते जिन्ना काम सिख दे उत्ते गुरु करदा है, जिवें एक पुत्र है असीं कहने आ माँ उहनूं बड़ा पालदी है, पर जो पुत्र सिख बन जाए जिन्ना काम उहदे ते गुरु करदा, माँ कई जन्मां विच भी नहीं कर सकदी, पिता कई जन्मां विच भी नहीं कर सकदा, पुत्र कई जन्मां विच भी नहीं कर सकदा। ये भी बचन सच्चे पातशाह ने इसे बाणी विच उचारण कीते। कहन लगे माता पिता भरा पुत्र ते पत्नी माँ दे संबंध बड़े गहरे ने। सानू लगदा है कि वो संबंध काम करदे ने, पर उन्हां दा भी एक हद तक संबंध रहिंदा है। एक समा ऐसा आउंदा है ना माँ कम आउंदी है, ना पिता कम आउंदा है, ना पुत्र ना भरा, कोई भी कम नहीं आउंदा। उस थां ते केवल गुरु कम आउंदा है। सतगुरु ने वो भी स्पष्ट कर दिता, जह मात पिता सुत मीत ना भाई, मन उहा नाम तेरे संग सहाई। उन्हां दी हद है ना, संबंध जरूर ने, कोई शक नहीं, हद तक काम करदे। उहदे विच दो ने, जां ते वो स्वार्थ हित काम करदे ने, ते जां फिर स्वार्थ तो बिना भी किते किते संबंध हैन, वो अंदरों हुंदे ने। पर एक समा ऐसा आ जांदा उत्थे जाके संसार रिश्तिਆਂ ਦਾ हथ ही कोई नहीं पैंदा, उस तो अगे वो दर्द वंडा ही नहीं सकदे। पर गुरु ऐसा है जिहड़ा हलत पलत विच सिख दी राखी करदा है, इत्थे भी ते परलोक विच भी राखी करेगा। ते मैं गल कर रहा सी गुरु सिख दे उत्ते काम की करदा है। साहिब गुरु अर्जन देव साहिब कहंदे सतगुर सिख की दुरमत मल हिरै। साडे विच एक मत है ते एक दुरमत। गुरु अपने सिख विचों सब तो पहला दुरमत कढदा है। सब तो नुकसानदायक साडे विच की है? साड़ी अपनी बनाई हुई, अपनी संगठित की हुई, फिक्स की हुई जिहड़ी झूठी मत है, सब तो ज़्यादा नुकसान साडा वो करदी, जिन्हों सीधे शब्दों में कहने आ मेरी मर्जी मैं इस तरह करना है। गुरु सिख दी सब तो पहला कित्थे काम करदा है? जिन्हों असीं कहने आ ना मैं तो करना ही करना, मेरी मर्जी, तुसीं जोर ला लो जिन्हें लाउणा। गुरु ने सब तो पहला उन्होंने तोड़ना है, क्योंकि उहदे विच हौमै लुक के बैठी हुई है। जिहड़ा बंदे दा सब तो वड्डा दुख हौमै कित्थे लुकी है? हौमै कोई मत्थे ते थोड़ी लिखिया भी आ हौमै। हौमै बंदे दे इस थां ते बैठी है जिथे वो थापड़ी मार के कहंदा है भी मैनू कोई रोकना चाहे तो रोक के देख लो, मैं तो इस तरह करना। गुरु पहला काम ही उहदे ते करदा है, उहदी मर्जी नूं मारदा है। उहनूं कहंदा पहला एक थड़ा बना, फिर थड़ा बन जांदा, फिर कहंदा ढा दे, फिर कहंदा कंध बना, फिर कहंदा तेरे तू कंध नहीं बनी, तू गलत बनाई। पहला कहंदा एक काम कर, फिर कहंदा तू गलत कीता है। ਇਹਦਾ मतलब ਇਹਦੇ मन ਦੇ ਵਿੱਚ बनी हुई ਜਿਹੜੀ ਉਹ ਬਿਰਤੀ है ਉਹ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਖੋਲ, ਉਹਦਾ ਕਵਰ ਟੁੱਟ ਜਾਏ, ਕਿਉਂਕਿ ਉਹਦੇ ਅੰਦਰ ਹੀ ਤੇ ਹਉਮੈ ਬੈਠੀ ਹੋਈ। ਉਹਦੇ ਵਿੱਚੋਂ ਫਿਰ ਜਦੋਂ ਆਪਣੀ ਧਾਰੀ ਹੋਈ ਦੁਰਮਤ ਇਹ ਟੁੱਟ ਜਾਂਦੀ ਹੈ ਤੇ ਹਉਮੈ ਉੱਥੇ ਨੰਗੀ ਹੋ ਜਾਂਦੀ, ਪਤਾ ਲੱਗਣ ਲੱਗ ਪੈਂਦਾ ਮੇਰੇ ਵਿੱਚ ਹਉਮੈ। ਅਜੇ ਤੇ ਅਸੀਂ ਮੰਨਦੇ ਹੀ ਨਹੀਂ। ਕਿਸੇ ਬੰਦੇ ਨੂੰ ਪੁੱਛ ਕੇ ਵੇਖੋ ਹਉਮੈ
ਹਉਮੈ ਬੜੀ ਕਹਿੰਦੇ ਸੰਸਾਰ ਵਿੱਚ, ਪਰ ਦੂਜਿਆਂ ਵਿੱਚ, ਮੇਰੇ ਵਿੱਚ ਥੋੜ੍ਹੀ। ਆਪਣੇ ਅੰਦਰ ਅਹਿਸਾਸ ਨਹੀਂ ਆਉਂਦਾ। ਇਸ ਕਰਕੇ ਸਭ ਤੋਂ ਪਹਿਲਾਂ ਗੁਰੂ ਸਿੱਖ ਤੇ ਕੰਮ ਕਰਦਾ ਕਿਹੜਾ? ਸਾਹਿਬ ਕਹਿੰਦੇ ਸਤਿਗੁਰ ਸਿੱਖ ਕੀ ਦੁਰਮਤ ਮਲ ਹੀ ਰਹਿ। ਪਰ ਇਹਦੇ ਅੰਦਰ ਸਿੱਖ ਦਾ ਇੱਕ ਕਾਰਜ ਦੱਸਿਆ, ਉਹਨੂੰ ਕੀ ਕਰਨਾ ਚਾਹੀਦਾ। ਗੁਰੂ ਤੇ ਕਿਰਪਾ ਕਰਦਾ ਹੈ। ਸਾਹਿਬ ਕਹਿੰਦੇ ਗੁਰ ਬਚਨੀ ਹਰ ਨਾਮ ਉਚਰੈ। ਗੁਰੂ ਕਾ ਸਿੱਖ ਗੁਰੂ ਕੇ ਦੱਸੇ ਬਚਨ ਦੇ ਅਨੁਸਾਰ ਨਾਮ ਦਾ ਉਚਾਰਨ ਕਰੇ, ਬਾਣੀ ਦਾ ਉਚਾਰਨ ਕਰੇ। ਇਹਦੇ ਵਿੱਚ ਗੁਰੂ ਤੇ ਸਿੱਖ ਦੇ ਗਹਿਰੇ ਸੰਬੰਧਾਂ ਦਾ ਵਰਣਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਇਹਦੇ ਵਿੱਚ ਤੇ ਗੁਰੂ ਬਖਸ਼ਿਸ਼ ਦਾ ਜ਼ਿਕਰ ਕੀਤਾ ਗਿਆ ਹੈ, ਪਰ ਅਗਲੇ ਥੋੜ੍ਹੇ ਜਿਹੇ ਜਿਹੜੇ ਅੱਖਰ ਨੇ ਹੋਰ ਆਪ ਜੀ ਨਾਲ ਸਾਂਝੇ ਕਰਦੇ ਹਾਂ, ਜਿਹਦੇ ਵਿੱਚ ਸਿੱਖ ਦੀ ਕਰਨੀ ਵੀ ਦੱਸੀ ਗਈ ਹੈ। ਕਿਉਂਕਿ ਕਦੀ ਵੀ ਸਾਜ਼ ਵਜਾਉਣ ਵਾਲਾ ਬਿਲਕੁਲ ਕਾਰੀਗਰ ਹੋਵੇ। ਬੰਦਾ ਤਬਲਾ ਵਜਾਉਂਦਾ ਜੋੜੀ, ਤਬਲਾ ਵਾਦਕ ਬੜਾ ਵਧੀਆ ਹੈ, ਉਹਦਾ ਹੱਥ ਵੀ ਬੜਾ ਸਾਫ਼, ਬੜਾ ਕਾਰੀਗਰ, ਬੜਾ ਕਲਾਕਾਰ ਤਬਲਾ ਵਜਾਉਣ ਵਾਲਾ। ਪਰ ਜੇ ਸਾਧ ਸੰਗਤ ਤਬਲਾ ਹੀ ਟੁੱਟਾ ਪਿਆ ਤੇ ਵਜਾਉਣ ਵਾਲਾ ਕੀ ਕਰੇਗਾ ਉੱਥੇ? ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਨੇ ਕੰਮ ਕਰਨਾ। ਕੰਮ ਤੇ ਗੁਰੂ ਨੇ ਕਰਨਾ, ਕੰਮ ਗੁਰੂ ਨੇ ਕਰਨਾ ਹੈ। ਤਬਲਾ ਹੀ ਢਿੱਲਾ ਹੈ, ਉਹ ਟੁੱਟਾ ਪਿਆ ਹੈ, ਤੇ ਵਜਾਉਣ ਵਾਲਾ ਕਲਾਕਾਰ ਹੱਥ ਬੜੇ ਸੋਹਣੇ ਨੇ, ਵੱਜੇਗਾ ਕਿਵੇਂ? ਸਾਜ਼ ਕੋਈ ਨਹੀਂ ਠੀਕ। ਸਿੱਖ ਦਾ ਵੀ ਇੱਕ ਹਿੱਸਾ ਹੈ ਜੀਵਨ ਦੇ ਵਿੱਚ, ਉਹਦੇ ਬਾਰੇ ਸਤਿਗੁਰੂ ਨੇ ਬਚਨ ਕੀਤੇ। ਸਾਹਿਬ ਕਹਿੰਦੇ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਾਣੀ ਤੇ ਵੇਚਣਾ ਔਖਾ ਹੈ, ਇੱਥੋਂ ਤਾਂ ਸਿੱਖੀ ਸ਼ੁਰੂ ਹੁੰਦੀ। ਮਨ ਵੇਚਿਆ ਜਿਨ੍ਹਾਂ ਨੇ ਉਹ ਸਿੱਖ ਬਣੇ ਨੇ। ਮਨ ਵੇਚੈ ਸਤਿਗੁਰ ਕੈ ਪਾਸ। ਹੁਣ ਗੁਰੂ ਸਤਿਗੁਰੂ ਜਿਹੜਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਅਸੀਂ ਉਹਦੇ ਅੱਗੇ ਖੜੇ ਹੋ ਜਾਂਦੇ ਹਾਂ, ਇਹ ਨਹੀਂ ਕਰਨਾ ਅਜੇ। ਉੱਥੇ ਮਨ ਸਿੱਖ ਕੋਲ ਮਨ ਦੇ ਆਖੇ ਲੱਗ ਕੇ ਤੁਰਦਾ। ਮਨ ਨਹੀਂ ਵੇਚਿਆ, ਸਿੱਖ ਬਣਿਆ ਨੇ। ਸਤਿਗੁਰੂ ਨੇ ਕਿਹਾ ਜਿਹੜੇ ਜਿਹੜੇ ਹੁਕਮ ਨੇ, ਮੈਂ ਹੁਣ ਇੱਥੇ ਗਿਣਨ ਲੱਗਾ ਤੇ ਆਪਣਾ ਵਿਸ਼ਾ ਬਦਲ ਜਾਏਗਾ। ਜਿੰਨੇ ਹੁਕਮ ਸਤਿਗੁਰੂ ਵੱਲੋਂ ਦਿੱਤੇ ਗਏ ਨੇ ਸਾਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਹੁਕਮ ਦਿੱਤੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਹੁਕਮ ਦਿੱਤੇ ਨੇ ਵੀ ਤੂੰ ਇਸ ਤਰ੍ਹਾਂ ਰਹਿਣਾ, ਇਸ ਤਰ੍ਹਾਂ ਬੋਲਣਾ, ਇਸ ਤਰ੍ਹਾਂ ਵੇਖਣਾ ਹੈ, ਇਹ ਖਾਣਾ ਹੈ, ਸੌਣਾ ਉੱਠਣਾ ਪਹਿਨਣਾ, ਜੋ ਵੀ ਕਿਹਾ ਉਹ ਗੁਰੂ ਦੇ ਹੁਕਮ ਨੇ। ਤੇ ਉਸ ਹੁਕਮ ਨੂੰ ਜਦੋਂ ਵੀ ਉਲਟਾਉਂਦਾ ਹੈ, ਉਹ ਬੰਦੇ ਦਾ ਮਨ ਉਲਟਾਉਂਦਾ ਹੈ। ਤੇ ਸਤਿਗੁਰੂ ਨੇ ਕਿਹਾ ਤੂੰ ਸਭ ਤੋਂ ਪਹਿਲਾਂ ਮਨ ਵੇਚ ਦੇ। ਸਾਹਿਬ ਕਹਿੰਦੇ ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰੀ ਜਾਏ, ਕਦੀ ਅੰਦਰ ਉੱਠੇ ਨਾ ਇੱਛਾ, ਕੋਈ ਸਮਝੌਤਾ ਨਹੀਂ, ਕੋਈ ਗੁਰੂ ਦੇ ਨਾਲ ਇਸ ਤਰ੍ਹਾਂ ਲੈਣ ਦੇਣ ਦੀ ਗੱਲ ਨਹੀਂ ਕਰਦਾ ਸਿੱਖ ਕਿ ਇਹ ਦੇਂਗਾ ਤੇ ਮੈਂ ਸਿੱਖ ਬਣਿਆ ਰਵਾਂਗਾ, ਇਸ ਤਰ੍ਹਾਂ ਕਰੇਗਾ ਤੇ ਮੈਂ ਸਿੱਖ ਰਵਾਂਗਾ। ਨਹੀਂ, ਉਹਦੇ ਵਿੱਚ ਤੇ ਇੱਕ ਗੁਣ ਆ ਜਾਂਦਾ। ਸਾਹਿਬ ਕਹਿੰਦੇ ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਜਿਵੇਂ ਦੀ ਆਗਿਆ ਕੀਤੀ, ਮੂੰਹ ਪਾਸੇ ਕੀਤਾ ਹੀ ਕਦੀ ਨਹੀਂ। ਬਿਲਕੁਲ ਮੂੰਹ ਤੇ ਗੁਰੂ ਦਾ ਹੁਕਮ ਮੰਨਿਆ, ਮੱਥੇ ਤੇ ਮੰਨਿਆ, ਮੂੰਹ ਨਹੀਂ ਮੋੜਿਆ। ਉਹਨਾਂ ਬਾਰੇ ਕਈ ਵਾਰੀ ਆਪਾਂ ਹੁਣ ਉਹਦੇ ਬਾਰੇ ਵੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਇੱਕ ਗੱਲ ਕਹਿੰਦੇ ਨੇ। ਕਹਿੰਦੇ ਝੜ ਝੜ ਪਾਵੰਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਗੁਰੂ ਦੀ ਸਿੱਖੀ ਸਾਰਿਆਂ ਨੂੰ ਕਾਰ ਨਹੀਂ ਆਉਂਦੀ। ਜਿੱਥੇ ਜਿੱਥੇ ਕੱਚਾਪਣ ਹੈ ਨਾ, ਕੱਚਾਪਣ, ਉਹ ਝੜ ਪੈਂਦੇ ਨੇ। ਜਿਵੇਂ ਅੰਬਾਂ ਨੂੰ ਬੂਰ ਪਿਆ ਹੈ ਨਾ, ਤੇ ਹੁਣ ਹਨੇਰੀਆਂ ਚੱਲਣਗੀਆਂ। ਕੁਦਰਤ ਦਾ ਸੁਮੇਲ ਵੇਖੋ। ਅਸੀਂ ਕਹਿੰਦੇ ਹਾਂ ਅੰਬਾਂ ਨੂੰ ਬੂਰ ਪੈ ਗਿਆ ਤੇ ਹਨੇਰੀ ਆ ਗਈ ਤੇ ਅੰਬੀਆਂ ਝੜ ਜਾਣੀਆਂ ਨੇ। ਸੱਚ ਕੁਝ ਹੋਰ ਏ। ਕੁਦਰਤ ਜਾਣ ਕੇ ਇਹਨਾਂ ਦਿਨਾਂ ਵਿੱਚ ਹਨੇਰੀ ਲਿਆਉਂਦੀ ਏ ਕਿ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਕੱਚਾ ਪਾਣੇ ਨਾ, ਕੱਲ੍ਹ ਨੂੰ ਉਹਨਾਂ ਨੇ ਕਾਣੇ ਹੋ ਜਾਣਾ ਫਲਾਂ ਨੇ। ਉਹਨਾਂ ਨੂੰ ਅੱਜ ਹੀ ਹਨੇਰੀ ਨਾਲ ਤੋੜ ਦਿਓ, ਅੱਜ ਹੀ ਪਾਸੇ ਕਰ ਦਿਓ। ਸਿਰੇ ਚੜ੍ਹਨ ਜੋਗਾ ਪਹਿਲਾਂ ਹੀ ਨਹੀਂ। ਉਹਦੇ ਵਿੱਚ, ਉਹਨਾਂ ਫਲਾਂ ਵਿੱਚ ਪਹਿਲਾਂ ਹੀ ਕਮੀ ਹੈ।
जे हनेरी ना आई उन्होंने टुटना नहीं, तो जिहड़ा माली ਉਹਦੇ ਉੱਤੇ कर लेगा इतबार भी इन्ने अंब लगे ने, पर जदों पक्कण दे नेड़े आए उन्हां विच काणापण आ जाना। इस करके हनेरी भी कुदरत दी देन। जदों गुरसिख दी जिंदगी दे अंदर नाम दे फल लगन लगदे ने ते एक वारी गुरु हनेरी जरूर लिआउंदा है। उस हनेरी विच फिर कच्चे झड़ जांदे ने। साहिब कहंदे झड़ झड़ पवंदे कच्चे बिरही, जिन्ना कार ना आई। बस पकाउणा चंगी तरह पक जाए, कच्चा ना रह जाए सिख। हुण आपां गुरसिखां दे जीवन थोड़े थोड़े नाल लईए। ये तुक याद रखना, गुरसिखी मन बेचना है। परिभाषा कर दिती, सेवा है सिखी पर सेवा करत होए नेह कामी। कामना कोई नहीं, वखावा कोई नहीं, इच्छा कोई नहीं, मैं कोई नहीं, पता ही नहीं मैं कौन हाँ। ना अपना पता, ना कोई साध संगत, स्वाद आ गया सिखी दा। तुसीं वेखो हुण गुरसिखां दे जीवन आपां वेखने। एक सिख है अजे सिख ते नहीं बनिया, अजे पंजाब दी धरती ते गुरु अर्जन देव जी दे वेले विच एक फिरके दा बड़ा जोर सी, बड़ा प्रचलित सी वो फिरका। फिरका किहड़ा? उन्हां नूं कहिंदे सन सखी सरवर। मुसलमान फकीरां दा, पीरां दा, पिंडां विच पीरखाने बनाउणे, उन्हां दी पूजा करनी ते फिर एक नगाहे वाला पीर उत्थे जाके उहनूं रोटियां चढ़ाउणीਆਂ। इस वेले गुरु अर्जन देव जी दा वक्त है। सतगुरु सच्चे पातशाह जी ने जदों सच दी गल कीती, बाणी दा सच प्रगट होया, ते सतगुरां ने बिल्कुल सीधा सरल भै रहत एक निरस्वार्थ सच्चा सुच्चा जीवन का नक्शा बना के लोगों के सामने रख दिता। हजूर दे उपदेश सन। परमात्मा ने मनुख बनाया है, सीधे राह ते तुरे, सच बोले, धर्म की किरत करे, रब नूं याद करे, हत्थां नाल काम करे, एक दूजे नाल वैर विरोध ना करे, खिमा धारण करे। सब तो पहला उपदेश उन्हां दा इस गुरु अर्जन देव जी जिदन पहले दिन बैठे सन, तुहानूं पता है जदों कोई सरकारी तौर पर भी अहुदा संभालदा है ना, ते पत्रकार अखबार नवीस इकट्ठे होके आ जाते हैं, कहिंदे जी तुसीं की करोगे, तुहानूं इह अहुदा मिलिआ। वो फिर अपने वालों दसदे ने भी मैं अहुदे ते बैठ के ये काम करांगा। जिदन गुरु अर्जन देव जी गद्दी ते बैठे, जिहड़ा कल असीं विचारिआ, उदों गुरसिख इकट्ठे होके उन्होंने एक बेनती की, महाराज पिछले गुरु साहिबान ने 4 पीढ़ियां ने बड़ी किरपा की है, हुण तुसीं अज बैठे हो, कोई किरपा करो, पहला बचन दसो, की तुहाडा मुद्दा की है, तुहाडा काम की करोगे दसो। ते सतगुरां ने उस वेले गुरु के सवारिओ सब तो पहला जिहड़ा उपदेश दिता, कहन लगे खिमा। मैं खिमा करनी सिखाउणी, निमरता सिखाउणी, धीरज सिखाउणी, टिका सिखाउणा। किसी ने कहा महाराज खिमा नूं इत्थे कौन टिकण दिंदा, निमरता नूं कौन टिकण दिंदा, बंदे कोल ताकत चाहीदी। कहन लगे जिहदे विच खिमा होवेगी, धीरज होवेगी, जोश आप ही आ जाएगा उहदे, ते वो जोश फिर काम भी करेगा। सब तो पहला सिखाया। जदों ये उपदेश दिते ते वड्डे वड्डे साध संगत जिहड़े सरवरियां दे पुजारी सन, सिख बनन लगे धड़ाधड़, क्योंकि सारे कर्म बंधन पाउंदे सन। भरमां विच, वहमां विच दिन रात डरी जाना, दिन रात भय विच ही रहना। ते तुहानूं पता है असीं बाद विच कहने आ जी लोग पूजते ने, उदों भी पूजते सन, सतगुरां कोल बड़े आउंदे ने। किसी ने पूछा महाराज इन्हां पीरां दी पूजा ते होर जिहड़ा सारा कुछ चलदा क्यों है? सतगुरु ने कहा भाई लोभ दे कारण, तृष्णा दे कारण। बंदा लोभी है, पहलां ते लोभी हो के कुछ ना कुछ मंग लैंदा है, ते जदों मंग लैंदा फिर गल विच रस्सी पै जांदी, फिर कहंदा हुण की करी। ये उपदेश गुरु नानक देव जी ने बख्श दिता सी। साहिब कहंदे दुविधा ना पड़ो, हर बिन होर ना पूजो,
बड़ा सुचेत किया गुरु ग्रंथ साहिब जी ने। कहन लगे ख्याल रखियो जिंदगी दे विच कुछ होवे कुछ ना होवे, कुछ मिले कुछ ना मिले, वो तुहाडी प्रालबद है। तुहाडा कुछ खो नहीं सकता कोई, ते जो तुहाडा नहीं वो तुहानू कोई दे नहीं सकता गुरु तो बिना। सिर्फ गुरु है बंदे दी प्रालबद तो वध भी किते झोली विच पा दे, पर बंदा लोभी है। इनू अज कोई कहे भी फलाने मोड़ ते एक दुकान है, उत्थे चला जाए कोई बंदा, 2 फूका मारेगा बस की हो गया तेनू, 2 महीने हो गए सवेरे 2 बजे उठदे एवें नींद खराब करना, उन्हें फूका ही 2 मारनियां ने बस ठीक कर देना तेन, ते बंदा उन्होंने चुन लेगा। उन्होंने पता नहीं ये 2 फूका, जिथे साध संगत बंदा लैन देन करदा उत्थे संबंध जुड़ते हैं, फिर लैन देन शुरू हो जाता है, फिर बंदा भजदा है। इसलिए गुरु ग्रंथ साहिब जी ने आरंभ तो ही सिख नूं कह दिता, कहंदे गुरु तो बिना, साध संगत तो बिना, रब तो बिना नहीं तू मंगना कुछ होवे ते भावें ना होवे। गल एक साफ कर दे, जे जिंदगी जिउणी है। सतगुरु ने आरंभ विच गुरु नानक देव जी ने कह दिता, दुविधा ना पड़ो, 2 भाव विच ना पवो, इन्हां विचारां विच ना पवो। कहंदे हर बिन होर ना पूजो, एक रब तो बिना होर किसी की पूजा ना करो। महाराज होर केड़ी पूजा की गल कर दिओ, कहंदे मड़े मसान ना जाई, मड़ियां ते मसाणा ते कबरां ते पत्थरां ते ना पूजा करो। कोलों किसी सिख ने पुछया गुरु नानक देव पातशाह जी नूं, महाराज लोग क्यों करते ने ये पूजा, क्यों करते ने रब नूं छड्ड के? सतगुरु ने अगे कारण दस दिता, कहंदे तृष्णा वश हो के। बंदा जदों अपना घर छड्ड के दूजे घर जाएगा उहदे पिछे लोभ होवेगा, होर कुछ नहीं चाहुंदा है बंदा अपनी प्रालबद तो वध। ते साहिब कहंदे कहंदे तृष्णा राच न पर घर जावा, तृष्णा नाल रच के ते बंदा अपने मालक दा घर छड्ड के होर होर दरां ते फिरदा। यही ते कारण तृष्णा आ गई, मेरे कोल ज़्यादा आ जाए, मेरे कोल आ भी हो जाए, मेरे कोल आ भी हो जाए, मिलदा भी कुछ नहीं। कहंदे तृष्णा राच न पर कर झावा, पर तृष्णा किवें बुझे गल्लां नाल? साहिब कहंदे तृष्णा नाम बुझाई, जिन्हां कोल नाम है उन्हां दी तृष्णा बुझी, उन्होंने ही ये अवस्था प्राप्त की थी। तां गुरु अर्जन देव पातशाह जी की शहादत का एक कारण मैं अज शुरू कर दिया दसना आप जी, क्योंकि असी भी सुनते रहे हाँ, तुसी भी सुनते रहो, सारिया गल्लां असी चंदू के उत्ते सट दित्तियां लिया बई चंदू करके ही शहीद होए गुरु अर्जन देव। जिन्नी बारी मैं सुनिया अपने पिंड विच जां होर इधर, बस एको ही गल सुणाउंदे सन, कहंदे चंदू दी लड़की दा रिश्ता करन गए, भेजिया सी ते रिश्ता हो गया गुरु हरगोबिंद साहिब वल। परत के चंदू ने कह दिता भी तू चबारे दी इट मोरी नूं लाए उस पंडित नूं। सिखां ने गुस्सा किया ते जवाब दे दिता गुरु अर्जन देव जी ने। इत्थों लड़ाई शुरू हो गई। गल ये जरूर सी, कोई शक नहीं, ये है सी, पर साध संगत इस मूर्ख नूं ते सिर्फ मोहरा बनाया गया। ये पिछे 12-13 तरह के लोग काम कर रहे सन, वो 2-3 दिनों में आप जी नाल मैं साझे करा। 12-13 तरह के लोग गुरु अर्जन देव जी नूं खत्म करना चाहते सन। उन्हां विचों पहले अज कह दियां सरवरीए, क्योंकि उन्हां दे मुरीद धड़ाधड़ सिख बनी जा रहे सन, धड़ाधड़ सिख बनी जा रहे सन, दौड़ते आ रहे सन गुरु अर्जन देव जी वाल। खिच पैंदी सी बाणी दी, उन्हां दे उपदेश ही बड़े मिठे सन। वो जदों ये कीर्तन विच गाउंदे कहंदे हलत सुख पलत सुख नित सुख सिमरनो नाम गोबिंद का सदा लीजै मिटै कमाणे पाप चिराणे साध संगत मिल मूआ जीजै। इन्नी मिठी बाणी खिच पा लैंदी सी बंदे नूं
ਕਿੱਥੇ ਸਾਧ ਸੰਗਤ, ਸੁੱਕੀਆਂ ਸੜੀਆਂ ਰਵਾਇਤਾਂ, ਨਾ ਕੋਈ ਰਸ ਨਾ ਕੋਈ ਆਨੰਦ, ਬਸ ਧੂੜ ਧੱਪਾ ਪਿਆ ਤੇ ਘਰ ਆ ਗਏ। ਬੰਦਾ ਆਕਿਆ ਹੋਇਆ ਸੀ, ਜਦੋਂ ਮਿੱਠੀ ਬਾਣੀ ਕੰਨਾਂ ਵਿੱਚ ਪੈਂਦੀ ਤੇ ਆਪੇ ਲੋਕ ਆਉਂਦੇ। ਜਦੋਂ ਸਤਿਗੁਰਾਂ ਦੇ ਉਪਦੇਸ਼ ਸੁਣਦੇ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਹ ਉਪਦੇਸ਼ ਮਿੱਠੇ ਸਨ, ਠੰਡ ਪਾਉਣ ਵਾਲੇ ਸਨ। ਗੁਰੂ ਕੇ ਸਵਾਰਿਓ, ਗੁਰੂ ਅਰਜਨ ਦੇਵ ਜੀ ਦੀ ਜਦੋਂ ਮਿੱਠੀ ਬਾਣੀ ਲੋਕਾਂ ਦੇ ਕੰਨਾਂ ਵਿੱਚ ਪਈ, ਜਿਹਦੇ ਵਿੱਚ ਸਾਹਿਬ ਨੇ ਕਿਹਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਜਦੋਂ ਇਹ ਤੁਕਾਂ ਪੈਂਦੀਆਂ ਜਿਨ੍ਹਾਂ ਦੇ ਕਣਾਂ ਵਿੱਚ, ਇੰਜ ਲੱਗਦਾ ਕਿ ਸਦੀਆਂ ਦੇ ਰੇਗਿਸਤਾਨ ਦੇ ਉੱਤੇ ਮੀਂਹ ਪੈ ਗਿਆ। ਤਾਂ ਲੋਕ ਸਾਰੇ ਧਰਮਾਂ ਨੂੰ ਛੱਡ ਕੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣਨ ਲੱਗ ਪਏ। ਸਰਲ ਸਨ, ਗੱਲਾਂ ਸਿੱਧੀਆਂ ਸਨ, ਪਖੰਡਾਂ ਵਿੱਚੋਂ ਕੱਢਦੀਆਂ ਸਨ। ਜਦੋਂ ਇਹ ਹੋਇਆ ਤੇ ਸਭ ਤੋਂ ਪਹਿਲਾਂ ਇਹ ਜਿਹੜੇ ਸਰਵਰੀਏ ਸਨ, ਇਹਨਾਂ ਦੇ ਮਨ ਵਿੱਚ ਗੁਰੂ ਅਰਜਨ ਦੇਵ ਜੀ ਪ੍ਰਤੀ ਈਰਖਾ ਜਾਗ ਪਈ ਵੀ ਸਾਡੇ ਲੋਕਾਂ ਨੂੰ ਇਹ ਲੈ ਕੇ ਜਾ ਰਹੇ ਨੇ। ਔਰ ਮੁਸਲਮਾਨਾਂ ਦਾ ਇੱਕ ਸਭ ਤੋਂ ਵੱਡਾ ਜਿਹੜਾ ਸੀ ਸ਼ੇਖ ਅਹਿਮਦ ਸਰਹੰਦੀ, ਸਰਹੰਦ ਵਿੱਚ ਰਹਿੰਦਾ ਸੀ, ਉਹਨੂੰ ਵੀ ਇਹ ਖਬਰਾਂ ਮਿਲੀਆਂ ਕਿ ਗੁਰੂ ਅਰਜਨ ਦੇਵ ਜੀ ਤੋਂ ਮੁਸਲਮਾਨ ਬੜੇ ਪ੍ਰਭਾਵਿਤ ਹੋ ਗਏ। ਖੈਰ ਮੈਂ ਜੇ ਇੱਕੋ ਹੀ ਗੱਲ ਕਰਾਂ ਸਿਰਫ ਸਰਵਰੀਆਂ ਦੀ, ਤੁਸੀਂ ਖਿਆਲ ਕਰੋ ਇੱਕ ਆਦਮੀ ਹੈ, ਕਈਆਂ ਨੇ ਤੇ ਭਾਈ ਤੀਰਥਾ ਨਾਂ ਲਿਖਿਆ, ਭਾਈ ਮੰਝ ਕਹਿੰਦੇ ਆ, ਮਸ਼ਹੂਰ ਹੋ ਗਿਆ। ਮੰਝ ਇਹਨਾਂ ਦੀ ਕਿਸੇ ਨੇ ਜਾਤ ਲਿਖੀ, ਜਾਤ ਸੀ। ਇਹ ਸਾਧ ਸੰਗਤ 12 ਪਿੰਡਾਂ ਦਾ ਆਗੂ ਸੀ, ਸਰਵਰੀਆਂ ਦਾ। 12 ਪਿੰਡਾਂ ਨੂੰ ਇਹ 12 ਪਿੰਡਾਂ ਦਾ ਕਹਿ ਲਓ ਮਾਲਕ ਸੀ, ਸਰਵਰੀਆਂ ਵੱਲੋਂ ਥਾਪਿਆ ਗਿਆ ਭਾਈ ਮੰਝ। ਇਹਦੇ ਪਿੱਛੇ ਜਦੋਂ ਜਾਂਦਾ ਸੀ ਕਿਸੇ ਪਿੰਡ, 50 ਬੰਦੇ ਨਾਲ ਹੁੰਦੇ ਸਨ। ਲੋਕ ਅੱਗੋਂ ਫੁੱਲ ਵਰਖਾ ਕਰਦੇ ਸਨ, ਸਤਿਕਾਰ ਕਰਦੇ ਸਨ। ਸਾਰੇ ਪਿੰਡਾਂ ਵਿੱਚ ਇਹਨੇ ਨਗਾਹੇ ਵਾਲੇ ਪੀਰ ਦੀਆਂ ਥਾਵਾਂ ਬਣਾਈਆਂ ਸਨ, ਕਬਰਾਂ ਜੋ ਵੀ ਬਣਾਇਆ ਸੀ ਇਹਨਾਂ, ਤੇ ਉੱਥੇ ਜੋ ਕੁਝ ਬਣਾਇਆ ਸਾਧ ਸੰਗਤ ਥਾਵਾਂ, ਤੇ ਇਹ ਸਭ ਕੁਝ ਕਰਦਾ ਸੀ। ਇੱਕ ਦਿਨ ਕਿਤੇ ਲੰਘਿਆ ਤੇ ਰਾਤ ਅੰਮ੍ਰਿਤਸਰ ਰਹਿ ਗਿਆ। ਅੰਮ੍ਰਿਤਸਰ ਰਿਹਾ, ਰਾਤ ਸੁੱਤਾ, ਸ਼ਹਿਰ ਵਸ ਗਿਆ ਸੀ। ਸਵੇਰੇ ਜਾਗਿਆ ਤੇ ਦੀਵਾਨ ਕਿਤੇ ਸਜਿਆ ਗੁਰੂ ਅਰਜਨ ਦੇਵ ਜੀ ਦਾ ਜਾ ਰਿਹਾ ਸੀ। ਗੁਰਸਿੱਖ ਆਸਾ ਦੀ ਵਾਰ ਗਾ ਰਹੇ ਸਨ। ਆਸਾ ਦੀ ਵਾਰ ਤੇ ਅੰਮ੍ਰਿਤ ਵੇਲਾ ਕੋਲੋਂ ਲੰਘਦਾ ਸੀ ਮੰਝ, ਇਹਦੇ ਭਾਗ ਜਾਗ ਪਏ। ਇਹਦੇ ਕੰਨਾਂ ਵਿੱਚ ਆਵਾਜ਼ ਇੱਕ ਪਈ ਕਿ ਖਸਮ ਛੋੜ ਦੂਜੈ ਲਗੇ, ਡੂਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੈ ਵਿਚਾਰਿਆ। ਪੰਜਾਬੀ ਸੀ, ਗੱਲ ਬਿਲਕੁਲ ਸਿੱਧੀ ਸੀ। ਸਾਨੂੰ ਅੱਜ ਭੁਲੇਖਾ ਲੱਗ ਗਿਆ, ਅਸੀਂ ਸੋਚਨੇ ਆ ਧਰਮ ਦੀ ਗੱਲ ਆਪ ਅਸੀਂ ਪੰਜਾਬੀ ਬੋਲਨੇ ਆ ਤੇ ਸਾਨੂੰ ਵਿਸ਼ਵਾਸ ਅਰਬੀ ਫਾਰਸੀ ਦੇ ਸ਼ੇਰਾਂ ਤੇ ਆ ਗਿਆ। ਬਹੁਤ ਤੁਸੀਂ ਹੈਰਾਨ ਹੋਵੋਗੇ, ਗੁਰੂ ਅਰਜਨ ਦੇਵ ਜੀ ਕਿੰਨੀ ਸਰਲ ਭਾਸ਼ਾ, ਮਹਿੰਗੀ ਵੀ ਵਰਤਦੇ ਸਨ, ਬਹੁਤ ਹੀ ਸਰਲ ਕਿ ਬੰਦੇ ਨੂੰ ਸਮਝ ਲੱਗੇ ਅਸੀਂ ਕੀ ਕਹਿਣਾ ਚਾਹੁੰਦੇ। ਮੇਰਾ ਤਜਰਬਾ ਹੈ ਵੀ ਮੇਰੀ ਆਦਤ ਬਿਲਕੁਲ ਗੱਲ ਸਰਲ ਸਿੱਧੀ ਕੀਤੀ ਹੈ, ਜਿੰਨੀ ਹੋ ਸਕੇ। ਕੋਈ ਇਹਦੇ ਵਿੱਚ ਕਲਾਕਾਰੀ ਨਾ ਵਰਤੀ ਜਾਏ। ਪਰ ਆਮ ਸੰਗਤ ਤਾਂ ਆਨੰਦ ਲੈਂਦੀ ਹੈ, ਪਰ ਕਈ ਥੋੜ੍ਹੇ ਜਿਹੇ ਜਿਹੜੇ ਆਗੂ ਲੋਕ ਹੁੰਦੇ ਉਹ ਕਹਿੰਦੇ ਵੀ ਥੋੜ੍ਹੀ ਜਿਹੀ ਕਲਾਕਾਰੀ ਵੀ ਜ਼ਰੂਰ ਚਾਹੀਦੀ, ਸ਼ੇਰਬਾਜ਼ੀ ਚਾਹੀਦੀ। ਮੈਂ ਕਿਹਾ ਫਿਰ ਸ਼ੇਰਬਾਜ਼ੀ ਚਾਹੀਦੀ ਹੈ ਤੇ ਤੁਸੀਂ ਵੇਖਿਆ ਹੋਵੇਗਾ ਕਵੀ ਦਰਬਾਰ ਕਈ ਵਾਰੀ ਹੁੰਦੇ ਨੇ, ਇੱਕ ਕਵੀ ਕਵਿਤਾ ਸੁਣਾਉਂਦਾ
ਤਿੰਨ ਕੁ ਅੱਗੇ ਬੈਠੇ ਹੁੰਦੇ ਨੇ, ਉਹ ਕਹਿੰਦਾ ਤੇ ਦੂਸਰੇ ਕਹਿੰਦੇ ਨੇ ਵਾਹ 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 ਵਾਹ। ਉਹਨਾਂ ਦੋ ਤਿੰਨਾਂ ਨੂੰ ਸਮਝ ਆਉਂਦੀ, ਬਾਕੀਆਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਹਿੰਦੇ। ਉਹ ਫਿਰ ਦੂਜੀ ਵਾਰੀ ਸੁਣਾਉਂਦਾ, ਦੂਸਰੇ ਕਹਿੰਦੇ ਵਾਹ ਵਾਹ। ਸਤਿਗੁਰੂ ਨੇ ਕਿਹਾ ਗੱਲ ਸਰਲ ਕਰੋ, ਜੋ ਸੱਚ ਹੈ ਉਹਨੂੰ ਸਰਲ ਭਾਸ਼ਾ ਵਿੱਚ ਕਹੋ, ਸਿੱਧੀ ਭਾਸ਼ਾ ਵਿੱਚ। ਧਰਮ ਕੋਈ ਕਲਾਕਾਰੀ ਨਹੀਂ ਹੈ। ਜਦੋਂ ਸਤਿਗੁਰਾਂ ਦੀ ਸਿੱਧੀ ਬਾਣੀ ਰਾਗੀਆਂ ਨੇ ਪੜ੍ਹੀ, ਜਿਹਦੇ ਵਿੱਚ ਸਾਹਿਬ ਕਹਿੰਦੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਵਾ। ਜਦੋਂ ਇਹ ਸ਼ਬਦ ਪਏ ਕੰਨਾਂ ਵਿੱਚ, ਕਮਾਲ ਦੀ ਗੱਲ ਸੀ। ਮੰਝ ਦੇ ਅੰਦਰ ਮੀਂਹ ਪੈ ਗਿਆ, ਸ਼ਬਦ ਗਏ ਅੰਦਰ, ਜਿਹਦੇ ਵਿੱਚ ਗਾਇਆ ਗਿਆ ਚਾਰ ਪਦਾਰਥ, ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਸਿੱਧੀ ਪੰਜਾਬੀ ਸੀ, ਗੱਲ ਸਮਝ ਆ ਗਈ। ਜੇ ਕਿਤੇ ਕਿਤੇ ਸਤਿਗੁਰਾਂ ਨੇ ਮਹਿੰਗੀਆਂ ਬਾਣੀਆਂ, ਜਿਵੇਂ ਕੱਲ ਇੱਕ ਸ਼ਲੋਕ ਆਪਾਂ ਵਿਚਾਰਿਆ ਸੀ, ਸ਼ਲੋਕ ਸੰਸਕ੍ਰਿਤੀ ਘੋਰ ਦੁਖਿਅੰਗ ਅਨੇਕ ਹਤਿਅੰਗ ਜਾਂ ਹੋਰ, ਇਹ ਤਾਂ ਉਚਾਰੇ ਸਨ ਵੀ ਕਈ ਬੰਦਿਆਂ ਤੇ ਤਰਸ ਆਉਂਦਾ ਸੀ, ਵੀ ਉਹ ਕਹਿੰਦੇ ਸਨ ਵੀ ਇਹ ਤੇ ਗੱਲਾਂ ਸਿੱਧੀਆਂ ਪੰਡਤਾਂ ਵਾਸਤੇ ਉਚਾਰਿਆ ਸੀ ਸ਼ਲੋਕ ਸੰਸਕ੍ਰਿਤੀ, ਆਮ ਬੰਦੇ ਵਾਸਤੇ ਨਹੀਂ ਸੀ। ਬਈ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਹੋਵੇ ਵੀ ਸਾਡੇ ਨਾਲ ਦੀ ਵੀ ਇੱਥੇ ਬਾਣੀ ਹੈ। ਤਾਂ ਮੰਝ ਪ੍ਰਭਾਵਿਤ ਹੋਇਆ। ਦੀਵਾਨ ਦੀ ਸਮਾਪਤੀ ਹੋਈ, ਸਾਧ ਸੰਗਤ ਆ ਗਿਆ। ਗੁਰੂ ਅਰਜਨ ਦੇਵ ਜੀ ਬੈਠੇ ਸਨ, ਕੁਝ ਸਿੱਖ ਸਵਾਲ ਜਵਾਬ ਕਰਦੇ ਨੇ, ਪਿੱਛੇ ਆ ਕੇ ਬੈਠ ਗਿਆ, ਦੋ ਚਾਰ ਨਾਲ ਸਨ। ਜਦੋਂ ਸਾਰੇ ਵਿਦਾ ਹੋ ਗਏ, ਇਕੱਲਾ ਗੱਲ ਕਰਨੀ ਚਾਹੁੰਦਾ ਸੀ। ਹਜ਼ੂਰ ਨੇ ਆਓ ਭਗਤ ਕੀਤੀ, ਪੁੱਛਿਆ ਕਿੱਥੋਂ ਆਏ ਹੋ, ਕੌਣ ਹੋ, ਕੀ ਨਾਮ, ਕਿੱਧਰ ਜਾ ਰਹੇ ਹੋ? ਦੱਸਿਆ ਜੀ ਅਸੀਂ ਤੇ ਪੀਰਾਂ ਦੇ ਨਗਾਏ ਵਾਲਿਆਂ ਦਾ ਪੁਜਾਰੀ ਹਾਂ, ਆ ਸਵੇਰੇ ਬਸ ਤੁਹਾਡਾ ਕੀਰਤਨ ਸੁਣਿਆ, ਸੋਚਿਆ ਦਰਸ਼ਨ ਕਰਕੇ ਆਈਏ। ਹਜ਼ੂਰ ਨੇ ਕਿਹਾ ਕੋਈ ਗੱਲ ਨਹੀਂ, ਹੋਰ ਦੱਸੋ। ਇੰਨਾ ਮਨ ਖਿੱਚਿਆ ਗਿਆ ਸੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਵੱਲ ਵਹਿੰਦਿਆਂ ਵਹਿੰਦਿਆਂ ਮੰਝ ਦੇ ਭਾਗ ਜਾਗ ਪਏ, ਦਰਸ਼ਨ ਦੇ ਵਿੱਚੋਂ ਖਿੱਚ ਪਈ, ਭਾਗ ਜਾਗੇ, ਨੇੜੇ ਆ ਕੇ ਬਹਿ ਗਏ। ਇੰਜ ਲੱਗਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੇਰੇ ਹਨ। ਮੇਰਾਪਣ ਜਾਪਿਆ, ਆਪਣਾਪਣ, ਨਿੱਘ ਮਿਲਿਆ, ਪਿਆਰ ਮਿਲਿਆ। ਸਤਿਗੁਰਾਂ ਨੇ ਪੁੱਛਿਆ ਮੰਝ ਕਿਵੇਂ, ਲੰਗਰ ਪਾਣੀ ਛਕੋ? ਕਹਿੰਦੇ ਨਹੀਂ, ਲੰਗਰ ਪਾਣੀ ਛਕਾਂਗੇ, ਪਹਿਲਾਂ ਇੱਕ ਕਿਰਪਾ ਕਰੋ, ਆਹ ਜਿਹੜੇ ਬੰਦੇ ਬੈਠੇ ਸਨ ਇਹ ਸਿੱਖੀ ਮੰਗਦੇ ਸਨ। ਕਹਿੰਦੇ ਹਾਂ। ਕਹਿੰਦੇ ਮੈਨੂੰ ਵੀ ਸਿੱਖੀ ਦੇ ਦਿਓ। ਸਤਿਗੁਰਾਂ ਨੇ ਵੇਖਿਆ ਵੀ ਹੁਣ ਮਾਰ ਥੱਲੇ ਆ ਗਿਆ। ਤੀਰ ਹੁੰਦੇ ਨੇ ਗੁਰੂ ਕੋਲ ਕੁਝ, ਜੋ ਸਮੇਂ ਤੇ ਚਲਾਉਂਦਾ ਸਿਰਫ। ਸਤਿਗੁਰਾਂ ਨੇ ਵੇਖਿਆ ਹੁਣ ਵਕਤ ਹੈ, ਕੱਢਿਆ ਭੱਥੇ ਵਿੱਚੋਂ ਤੀਰ ਇੱਕ। ਕਹਿੰਦੇ ਮੰਝ ਸਿੱਖੀ ਕਮਾਉਣੀ ਬਹੁਤ ਔਖੀ ਹੈ, ਤੇਰੇ ਵੱਸ ਦੀ ਗੱਲ ਨਹੀਂ। ਹੋਰ ਤੜਫ ਗਿਆ, ਉਹ ਕਿਹੜੀ ਚੀਜ਼ ਹੋਵੇ ਜਿਹੜੀ ਮੇਰੇ ਵੱਸ ਦੀ ਗੱਲ ਨਹੀਂ, ਤੇਰੇ ਵੱਸ ਦੀ ਗੱਲ ਨਹੀਂ। ਮਹਾਰਾਜ ਤੁਸੀਂ ਕਿਰਪਾ ਕਰੋ। ਸਤਿਗੁਰਾਂ ਨੇ ਦੂਜਾ ਭਜਨ ਕੀਤਾ, ਕਹਿੰਦੇ ਸਿੱਖੀ ਦੇ ਉੱਤੇ ਸਿੱਖੀ ਨਹੀਂ ਚੜ੍ਹਦੀ। ਸਮਝ ਗਿਆ, ਕਹਿਣ ਲੱਗਾ ਸਭ ਸਿੱਖੀਆਂ ਪਾਸੇ ਹੋ ਜਾਣਗੀਆਂ, ਸਭ ਹੋ ਜਾਣਗੇ। ਸਾਧ ਸੰਗਤ ਭਾਵੇਂ ਕਈ ਰਾਹ ਨੇ ਦੁਨੀਆ ਵਿੱਚ, ਪਰ ਰਾਹ ਇੱਕ ਕੰਮ ਆਉਂਦਾ, ਆਪਣਾ। ਸਮਝ ਗਿਆ, ਕਹਿਣ ਲੱਗਾ ਮਹਾਰਾਜ ਹੁਕਮ ਕਰੋ, ਤੁਹਾਡੇ ਤੋਂ ਬਿਨਾਂ ਕਿਸੇ ਵੱਲ ਅੱਖ ਨਹੀਂ ਉਠਾਏਗਾ ਮੰਝ। ਹਜ਼ੂਰ ਨੇ ਕਿਹਾ ਵੇਖ ਲੈ ਮੰਝ, ਜਿਹੜੇ ਰਾਹ ਤੇ ਤੂੰ ਤੁਰਨ ਲੱਗਾ ਚੌਧਰ ਚਲੀ ਜਾਏਗੀ। ਜਿਹੜੇ ਲੋਕ ਤੂੰ 12 ਪਿੰਡਾਂ ਦਾ ਚੌਧਰੀ ਹੈ, ਜਿੱਥੇ ਜਾ ਕੇ ਤੈਨੂੰ ਫੁੱਲ ਪੈਂਦੇ ਨਾ, ਹਾਰ, ਉਹਨਾਂ ਨੇ ਤੈਨੂੰ ਪਿੰਡ ਨਹੀਂ ਵੜਨ ਦੇਣਾ, ਖਿਆਲ ਰੱਖ। ਪੁਰਾਣਾ ਸੀ ਕੋਈ ਮਿੱਤਰ ਗੁਰੂ ਅਰਜਨ ਦੇਵ ਜੀ ਦਾ, ਐਵੇਂ ਨਹੀਂ ਸਨ ਇੰਨੀਆਂ ਕਸਵੱਟੀਆਂ ਲਾ ਰਹੇ। ਸਾਧ ਸੰਗਤ ਆਮ ਬੰਦਾ ਹੁੰਦਾ ਤੇ ਪਤਾਸੇ ਦੇ ਕੇ ਸਿੱਖ ਬਣਾਉਣੇ ਪੈਂਦੇ ਨੇ, ਕਾਪੀਆਂ ਦੇ ਕੇ, ਪੈਨ ਦੇ ਕੇ, ਵੀ ਸਿੱਖ ਬਣੋ ਕਿਸੇ ਤਰ੍ਹਾਂ। ਆਓ ਤੁਹਾਨੂੰ ਆਹ ਦੇ ਦਿੰਦੇ ਆ, ਪੀਲੇ ਪਰਨਿਆਂ ਦਾ ਪੰਡ ਲਿਆਉਣੀ ਪੈਂਦੀ ਹੈ ਸਾਨੂੰ ਸਿੱਖੀ ਵਿੱਚ ਰੱਖਣ ਵਾਸਤੇ। ਜੇ ਨਾ ਮਿਲਿਆ ਤੇ ਅਸੀਂ ਨਾਰਾਜ਼ ਹੋ ਜਾਣਾ ਵੀ 2 ਦਿਨ ਸਮਾਗਮ ਵਿੱਚ ਸੇਵਾ ਕੀਤੀ, ਮੈਨੂੰ ਸਰੋਪਾ ਹੀ ਨਹੀਂ ਦਿੱਤਾ। ਉਹ ਕਿਤੇ ਆਪਣੇ ਵਰਗੇ ਇਸ ਤਰ੍ਹਾਂ ਦੇ
ਗੱਲ ਹੁੰਦੀ ਹੈ, ਪਰ ਭਾਈ ਮੰਝ ਕੋਈ ਐਸਾ ਪੁਲ ਬਣਨਾ ਸੀ ਜਿਸ ਪੁਲ ਦੇ ਉੱਤੋਂ ਦੂਜਿਆਂ ਨੇ ਲੰਘਣਾ ਸੀ ਤੁਰ ਕੇ। ਇਸ ਲਈ ਚੋਟਾਂ ਬਹੁਤੀਆਂ ਸ਼ੁਰੂ ਤੋਂ ਹੀ ਵੱਜਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਚੌਧਰ ਵੀ ਜਾ ਸਕਦੀ ਏ, ਘਰ-ਬਾਰ ਵੀ ਤੇਰਾ ਉਜੜ ਸਕਦਾ, ਸੋਚ ਲੈ ਚੰਗੀ ਤਰ੍ਹਾਂ। ਮਰਜੀਵੜਾ ਸੀ ਸਿੱਖ। ਕਹਿੰਦੇ ਮਹਾਰਾਜ ਗੱਲ ਕਿਹੜੀ ਹੋਈ, ਬਸ ਤੁਸੀਂ ਹੱਥ ਰੱਖਿਆ ਜੇ ਸਿਰ ਤੇ, ਇਹ ਕਿਹੜੀਆਂ ਗੱਲਾਂ ਨੇ? ਚੌਧਰ ਚਲੀ ਜਾਏਗੀ ਤੇ ਜਾਇਦਾਦ ਚਲੀ ਜਾਏਗੀ ਤੇ ਕੀ ਹੋ ਜਾਏਗਾ? ਜੋ ਹੋਏਗਾ ਮੰਝ ਤੁਹਾਡੀ ਕਿਰਪਾ ਦੇ ਨਾਲ ਸਿੱਖੀ ਕਮਾਏਗਾ। ਸਤਿਗੁਰਾਂ ਨੇ ਰਹਿਮਤ ਕਰ ਦਿੱਤੀ, ਸਵਾਦ ਆ ਗਿਆ ਗੱਲ ਦਾ। ਕਾਂਬਾ ਨਹੀਂ ਸੀ ਉਸ ਬੰਦੇ ਦੇ ਅੰਦਰ। ਉਹਦੀ ਗੱਲ ਸੀ ਕਿ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ, ਜੋ ਹੋਏਗਾ ਦੇਖੀ ਜਾਏ। ਹਜੂਰ ਨੇ ਖਿੱਚ ਕੇ ਮਾਰੀ ਇੱਕ ਨਜ਼ਰ, ਪਾ ਦਿੱਤਾ ਅੰਦਰ ਕੁਝ ਆਪਣੇ ਕੋਲੋਂ। ਅਜੇ ਵਿੱਚ ਨਹੀਂ ਸੀ, ਆਪਣੇ ਕੋਲੋਂ ਪਾ ਦਿੱਤਾ। ਗੁਰੂ ਨਾਨਕ ਦੇ ਘਰੋਂ ਲੈ ਕੇ ਪਾ ਦਿੱਤਾ ਵਿੱਚ। ਕੋਈ ਥਾਂ ਬਣ ਗਿਆ ਹੈ ਮੰਝ ਦੇ ਅੰਦਰ, ਜਿੱਥੇ ਆਪਣੇ ਆਪ ਧਿਆਨ ਲੱਗਾ ਹੈ ਮੰਝ ਦਾ। ਐਵੇਂ ਨਹੀਂ ਸਿੱਖੀ ਕਮਾਈ ਗਈ, ਗੁਰੂ ਸੀ ਪੂਰਾ ਸਿਰ ਤੇ। ਤੇਰੇ ਹੁਕਮ ਪਵੈ ਨਿਸ਼ਾਨ, ਤਉ ਕਰੋ ਸਾਹਿਬ ਕੀ ਸੇਵਾ, ਜਬ ਗੁਰ ਦੇਖੈ ਸ਼ੁਭ ਦ੍ਰਿਸ਼ਟ, ਨਾਮ ਕਰਤਾ ਮੁਖ ਮੇਵਾ। ਮੰਝ ਦੇ ਵਿੱਚ ਨਿਰਭੈਤਾ ਭਰ ਦਿੱਤੀ, ਮੰਝ ਦੇ ਵਿੱਚ ਨਿਰਵੈਰਤਾ ਭਰ ਦਿੱਤੀ, ਬੇਪਰਵਾਹੀ ਭਰ ਦਿੱਤੀ। ਪਿੰਡ ਗਿਆ, ਸਭ ਤੋਂ ਪਹਿਲਾਂ ਪੀਰਖਾਨਾ ਢਾ ਦਿੱਤਾ ਜਾ ਕੇ। ਲੋਕ ਇਕੱਠੇ ਹੋ ਗਏ, ਕੀ ਹੋ ਗਿਆ? ਬੜੇ ਲੋਕਾਂ ਨੇ ਡਰਾਇਆ, ਇਹ ਹੋ ਜਾਏਗਾ। ਕਹਿਣ ਲੱਗੇ ਸਭ ਕੁਝ ਹੋ ਹੀ ਚੁੱਕਾ ਹੈ, ਹੁਣ ਹੋਰ ਕੀ ਹੋਣਾ ਹੈ? ਜੋ ਕੁਝ ਤੁਸੀਂ ਕਹਿੰਦੇ ਹੋ ਹੋਏਗਾ, ਉਹ ਮੈਂ ਪਹਿਲਾਂ ਹੀ ਵੇਖ ਲਿਆ ਜੋ ਕੁਝ ਹੋਏਗਾ। ਕੀ ਹੋਏਗਾ? ਮਾਲ ਡੰਗਰ ਮਰ ਜਾਏਗਾ, ਫਸਲ ਉਜੜ ਜਾਏਗੀ। ਕਹਿੰਦੇ ਕੋਈ ਗੱਲ ਹੀ ਨਹੀਂ, ਇਹ ਤਾਂ ਪਹਿਲਾਂ ਹੀ ਮੈਂ ਵੇਖਿਆ, ਤਿਆਰੀ ਕੀਤੀ ਸਾਰੀ। ਬੜੇ ਘੱਟ ਲੋਕ ਨੇ ਇਸ ਤਰ੍ਹਾਂ ਦੇ ਸਾਧ ਸੰਗਤ, ਬੜੇ ਘੱਟ ਲੋਕ ਨੇ। ਅਸੀਂ ਤੇ ਬਾਣੀ ਪੜ੍ਹੀਏ ਤੇ ਬਾਹਰੋਂ ਰੋਸ਼ਨਦਾਨ ਵਿੱਚੋਂ ਹਵਾ ਪਵੇ, ਭਾਂਡਾ ਥੱਲੇ ਡਿੱਗ ਪਏ, ਪਤਾ ਨਹੀਂ ਕੀ ਹੋ ਗਿਆ, ਕੋਈ ਨੁਕਸ ਪੈ ਗਿਆ ਜ਼ਰੂਰ। ਇਹ ਅੰਦਰ ਦੀ ਕਮਾਈ ਹੁੰਦੀ। ਮੰਝ ਕੋਈ ਮਾੜੀ ਮੋਟੀ ਚੀਜ਼ ਨਹੀਂ ਸੀ, ਐਵੇਂ ਨਹੀਂ ਉਹਨੇ ਇੰਨਾ ਛਾਤੀ ਤੇ ਹੱਥ ਮਾਰ ਦਿੱਤਾ, ਇੱਕਦਮ ਪਲਟਾ ਲੈ ਆਂਦਾ। ਉਹੀ ਹੋਇਆ, ਸਾਲ ਦੇ ਅੰਦਰ ਅੰਦਰ ਲੋਕ ਵਿਰੋਧੀ ਹੋ ਗਏ। ਲੋਕਾਂ ਨੇ ਫਸਲਾਂ ਉਜਾੜ ਦਿੱਤੀਆਂ, ਕੋਈ ਡੰਗਰ ਖੋਲ ਕੇ ਲੈ ਗਿਆ। ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ, ਕਹਿਣ ਲੱਗੇ ਮੰਝ ਪਿੰਡ ਚੱਲਾਂ ਤੇ ਲੰਗਰ ਚਲਾਈ, ਗਰੀਬ ਆਵੇ ਤੇ ਜਵਾਬ ਨਹੀਂ ਦੇਣਾ, ਉਹਦੀ ਸੇਵਾ ਕਰਨੀ। ਕਹਿੰਦੇ ਨੇ ਹਾਲਾਤ ਇੱਥੋਂ ਤੱਕ ਚਲੀ ਗਈ। ਇੱਕ ਦਿਨ ਕੋਈ ਸੱਜਣ ਸਵਾਲੀ ਆ ਗਿਆ, ਭਾਵੇਂ ਕਿ ਗੱਲਾਂ ਇਤਿਹਾਸ ਵਿੱਚ ਅਸੀਂ ਰੋਕ ਦਿੱਤੀਆਂ ਨੇ, ਪਰ ਇਹ ਸੱਚਾਈ ਹੈ। ਕੋਈ ਸਵਾਲੀ ਆ ਗਿਆ, ਉਹਨੇ ਕਿਹਾ ਮੰਝ ਤੂੰ ਪਰਉਪਕਾਰੀ ਗੁਰੂ ਅਰਜਨ ਦਾ ਸਿੱਖ ਹੈ, ਮੈਨੂੰ ਮਾਇਆ ਦੀ ਲੋੜ ਪੈ ਗਈ, ਮੇਰਾ ਕੰਮ ਸਾਰ, ਘਰ ਵਿੱਚ ਕੁਝ ਨਹੀਂ ਸੀ। ਕਹਿੰਦੇ ਨੇ ਕੁਝ ਸਮੇਂ ਵਾਸਤੇ, ਜਿਵੇਂ ਆ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੌਕਰ ਰਖਾਉਂਦੇ ਨਾ, ਇੱਕ ਸਾਲ ਵਾਸਤੇ ਠੇਕੇ ਤੇ ਪੈਸੇ ਲੈ ਲੈਂਦੇ ਨੇ। ਭਾਈ ਮੰਝ ਜੀ ਨੇ ਆਪਣੀ ਘਰ ਵਾਲੀ ਪਤਨੀ ਨੂੰ ਕਿਸੇ ਘਰ ਦੇ ਵਿੱਚ ਨੌਕਰ ਰਖਾ ਦਿੱਤਾ ਇੱਕ ਸਾਲ ਵਾਸਤੇ। ਉੱਥੋਂ ਪੈਸੇ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ, ਉਸ ਲੋੜਵੰਦ ਨੂੰ ਦਿੱਤੇ। ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਬਸ ਲੋਕਾਂ ਦੇ ਵੇਖਣ ਵਿੱਚ ਕੁਝ ਨਹੀਂ, ਪਰ ਮੰਝ ਸਵੇਰੇ ਉੱਠਦਾ ਅੰਮ੍ਰਿਤ ਵੇਲੇ, ਜਦੋਂ ਬਹਿੰਦਾ ਹੈ ਤੇ ਉਸ ਵੇਲੇ ਉਹਨੂੰ ਦਾਤ ਮਿਲਦੀ ਹੈ। ਉਹ ਦਾਤ ਕਿਸੇ ਨੂੰ ਨਹੀਂ ਦਿਸਦੀ, ਇਕੱਲੇ ਮੰਝ ਨੂੰ ਦਿਸਦੀ। ਬਾਹਰੋਂ ਸਭ ਉੱਡ ਗਿਆ। ਕਿਸੇ ਪਿੰਡ ਵਿੱਚ ਲੋਕ ਜਾਂਦੇ ਨੇ, ਲੋਕ ਫੁੱਲ ਕੀ, ਲੋਕਾਂ ਨੇ ਹਾਰ ਕੀ ਪਾਉਣੇ ਸਨ, ਅੱਗੋਂ ਇਕੱਠੇ ਹੋ ਕੇ ਕਹਿੰਦੇ ਪਿੰਡ ਨਾ ਵੜੀ। ਇੱਥੋਂ ਤੱਕ ਹਾਲਤ ਚਲੀ। ਬੜੇ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਗਿਆ। ਆਉਂਦਿਆਂ ਸਾਰ ਜਦੋਂ ਨਮਸਕਾਰ ਕੀਤੀ ਨਾ, ਗੁਰੂ ਅਰਜਨ ਦੇਵ ਜੀ ਨੇ ਹੋਰ ਚੋਟ ਮਾਰ ਦਿੱਤੀ। ਕਹਿੰਦੇ ਮੰਝ ਸਿੱਖ ਬਣ ਕੇ ਕੀ ਲਿਆਈ? ਕਿਉਂ ਮਹਾਰਾਜ, ਤੁਹਾਨੂੰ ਪਤਾ ਤੁਸੀਂ ਬੜਾ ਕੁਝ। ਕਹਿੰਦੇ ਕੀ ਮਿਲਿਆ ਸਿੱਖ ਬਣ ਕੇ? ਫਸਲ ਤੇਰੀ ਉਜੜ ਗਈ, ਲੋਕ ਤੇਰੇ ਖਿਲਾਫ ਹੋ ਗਏ, ਘਰ ਵਿੱਚ
ਸਮਾਨ ਰਿਹਾ ਕੋਈ ਨਹੀਂ, ਇੱਜ਼ਤ ਤੇਰੀ ਲੋਕ ਕਰਦੇ ਕੋਈ ਨਹੀਂ। ਭਾਈ ਮੰਝ ਚਰਨਾਂ ਤੇ ਡਿੱਗ ਪਿਆ, ਮਹਾਰਾਜ ਇਹ ਸ਼ਬਦ ਤੁਸੀਂ ਨਾ ਕਹੋ, ਮੈਨੂੰ ਕੀ ਮਿਲਿਆ, ਮੈਨੂੰ ਜੋ ਕੁਝ ਮਿਲਿਆ ਉਹ ਤੁਸੀਂ ਤੇ ਮੈਂ ਜਾਣਦੇ ਹਾਂ, ਬਹੁਤ ਕੁਝ ਮਿਲਿਆ ਹੈ, ਕਿਰਪਾ ਕਰਿਆ ਜੇ ਹੋਰ ਵੀ ਕੁਝ ਚਲਾ ਜਾਏ ਤੇ ਚਲਾ ਜਾਏ, ਪਰ ਇਹ ਨਾ ਜਾਣ ਦਿਆ ਜੇ ਚਰਨਾਂ ਦੀ ਪ੍ਰੀਤ ਨਾ ਟੁੱਟੇ ਤੁਹਾਡੇ ਨਾਲ। ਇੰਨਾ ਗਹਿਰਾ ਪਿਆਰ ਸਤਿਗੁਰਾਂ ਨਾਲ ਮੰਝ ਦਾ ਬਣਿਆ। ਫਿਰ ਸੇਵਾ ਤੇ ਲਾ ਦਿੱਤਾ, ਸੇਵਾ ਕਰਦਾ ਹੈ, ਬੜਾ ਚਿਰ ਸੇਵਾ ਕਰਦੇ ਰਹੇ ਭਾਈ ਮੰਝ, ਨਾਮ ਜਪਣਾ, ਸੇਵਾ ਕਰਦੇ ਰਹਿਣਾ। ਇੱਕ ਦਿਨ ਦੀ ਘਟਨਾ, ਗੁਰੂ ਕੇ ਸਵਾਰਿਓ ਗੁਰੂ ਅਰਜਨ ਦੇਵ ਜੀ ਬਾਹਰ ਨਿਕਲੇ ਤੇ ਮੰਝ ਆ ਰਿਹਾ ਸੀ। ਸਤਿਗੁਰੂ ਪੁੱਛਦੇ ਨੇ, ਮੰਝ ਕੀ ਕੰਮ ਕਰਨਾ ਹੈ? ਕਹਿਣ ਲੱਗਾ, ਜੀ ਸੇਵਾ ਤੁਸੀਂ ਕਿਹਾ ਸੀ, ਸੇਵਾ ਕਰਦਾ। ਕਹਿੰਦੇ ਸੇਵਾ ਕਰਨਾ ਹੈ, ਪ੍ਰਸ਼ਾਦਾ ਕਿੱਥੋਂ ਛਕਣਾ ਹੈ? ਕਹਿੰਦੇ ਲੰਗਰ ਵਿੱਚੋਂ। ਇੱਕ ਹੋਰ ਹਥੌੜਾ ਮਾਰ ਦਿੱਤਾ, ਇੱਕ ਹੋਰ ਸੱਟ ਮਾਰ ਦਿੱਤੀ। ਕਹਿਣ ਲੱਗੇ ਕਾਹਦੀ ਸੇਵਾ ਹੋਈ, ਇੱਧਰੋਂ ਸੇਵਾ ਕਰ ਲਈ, ਇੱਧਰੋਂ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲਿਆ, ਇਹ ਕਾਹਦੀ ਸੇਵਾ ਹੋਈ? ਬੜੀ ਕਰੜੀ ਸੀ ਕਾਲ। ਉਸ ਦਿਨ ਤੋਂ ਭਾਈ ਮੰਝ ਨੇ ਗੁੱਸਾ ਨਹੀਂ ਕੀਤਾ, ਤਬਦੀਲੀ ਕਰ ਦਿੱਤੀ। ਤਬਦੀਲੀ ਕਿਹੜੀ ਸੀ? ਦਿਨੇ ਲੱਕੜਾਂ ਲਿਆਉਣੀਆਂ, ਸੇਵਾ ਕਰਨੀ, ਤੇ ਗੁਰੂ ਕੇ ਸਵਾਰਿਓ ਰਾਤ ਨੂੰ ਚੱਕੀ ਪੀ ਕੇ ਤੇ 2-4 ਟਕੇ ਇਕੱਠੇ ਕਰਨੇ, ਉਹਨਾਂ ਦਾ ਥੋੜਾ ਜਿਹਾ ਆਟਾ ਖਰੀਦਣਾ ਤੇ ਇੱਕ ਟਾਈਮ 24 ਘੰਟਿਆਂ ਵਿੱਚ ਰੋਟੀ ਖਾ ਲੈਣੀ। ਸਰੀਰ ਕਮਜ਼ੋਰ ਪੈ ਗਿਆ, ਪੈਰ ਭਿੜਨ ਲੱਗ ਪਏ ਆਪਸ ਵਿੱਚ। ਕਈ ਵਾਰੀ ਤੁਰਿਆ ਨਹੀਂ ਜਾਂਦਾ, ਪਰ ਲੱਕੜਾਂ ਦੀ ਸੇਵਾ ਉਸੇ ਤਰ੍ਹਾਂ ਚੱਲਦੀ ਹੈ। ਇੱਕ ਦਿਨ ਲੱਕੜਾਂ ਲਿਆਉਂਦਿਆਂ ਸੁਲਤਾਨ ਵਿੰਡ ਵਾਲੇ ਪਾਸੇ ਥੋੜੀ ਜਿਹੀ ਹਨੇਰੀ ਆਈ, ਸਰੀਰ ਤਾਬ ਨਹੀਂ ਚੱਲ ਸਕਿਆ। ਕਦੀ ਸੋਚੋ ਇਹ ਕਿਵੇਂ ਦੇ ਸਿੱਖ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤੇ ਹੋਣਗੇ, ਕਿੰਨੀ ਤਾਕਤ ਲਾਈ ਹੋਏਗੀ ਆਪਣੀ ਵੀ ਉਹਨਾਂ ਤੇ। ਬੰਦਾ ਤੇ ਕੰਮ ਕਰ ਨਹੀਂ ਸਕਦਾ, ਆਦਮੀ ਦਾ ਮਨ ਤੇ ਡੋਲ ਜਾਂਦਾ ਹੈ। ਕਿੰਨੀ ਤਾਕਤ ਲਾਈ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਭਾਈ ਮੰਝ ਲੱਕੜਾਂ ਲੈ ਕੇ ਆ ਰਹੇ ਸਨ, ਖੂਹ ਵਿੱਚ ਡਿੱਗ ਪਏ, ਪਰ ਲੱਕੜਾਂ ਸੰਭਾਲੀ ਰੱਖੀਆਂ, ਕੱਚਾ ਖੂਹ ਸੀ, ਵਿੱਚ ਡਿੱਗੇ ਤੇ ਸਾਧ ਸੰਗਤ ਉਥੋਂ ਕੋਲੋਂ ਕੋਈ ਸਿੱਖ ਲੰਘਦਾ ਹੈ, ਦੂਜੇ ਪਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਖਤ ਤੇ ਬੈਠੇ ਨੇ, ਪਰ ਅੱਜ ਚੈਨ ਨਹੀਂ ਆਉਂਦਾ, ਧਿਆਨ ਨਹੀਂ ਪਿਆ ਟਿਕਦਾ ਸੰਗਤ ਵਿੱਚ। ਕਦੀ ਇੱਧਰ ਵੇਖਦੇ ਨੇ, ਕਦੀ ਉੱਧਰ, ਜਿਵੇਂ ਕੁਝ ਗਵਾਚ ਗਿਆ, ਜਿਵੇਂ ਕੁਝ ਡਿੱਗ ਪਿਆ। ਤੇ ਇੱਕਦਮ ਸਤਿਗੁਰਾਂ ਨੇ ਪੁੱਛਿਆ, ਮੰਝ ਕਿੱਥੇ ਵੇ? ਪਤਾ ਕੀਤਾ, ਲੱਭਦੇ ਨਹੀਂ। ਕਾਹਲੀ ਵਿੱਚ ਤਿਲ ਮਲਾਟ ਵਿੱਚ ਉੱਠ ਪਏ, ਕਿਤੋਂ ਖਬਰ ਆ ਗਈ ਆ ਰਹੇ ਸਨ, ਖੂਹ ਵਿੱਚ ਡਿੱਗੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੰਗੇ ਪੈਰੀ ਉਸ ਖੂਹ ਵੱਲ ਦੌੜੇ ਜਾ ਰਹੇ ਨੇ, ਜੋੜਾ ਵੀ ਨਹੀਂ ਪਾਇਆ। ਇਹ ਹੈ ਸਿੱਖ ਦੀ ਘਾਲਣਾ। ਅਸੀਂ ਗੁਰੂ ਕੋਲ ਨੰਗੇ ਪੈਰੀ ਆਉਂਦੇ ਹਾਂ, ਪਰ ਉਹ ਸਿੱਖ ਕੈਸਾ ਸੀ ਜਿਹਦੇ ਕੋਲ ਗੁਰੂ ਨੰਗੇ ਪੈਰੀ ਗਿਆ। ਵਾਕਈ ਸਿੱਖੀ ਦੀ ਕੁਆਲਿਟੀ ਕੁਝ ਦਾ ਕੁਝ ਕਰ ਦਿੰਦੀ ਹੈ। ਬੰਦੇ ਵਿੱਚ ਇੰਨੀ ਸਪਿਰਿਟ ਹੈ, ਜੇ ਕਿਤੇ ਉਹ ਜਾਗ ਪਏ, ਕਹਿੰਦੇ ਰੱਬ ਨੂੰ ਅਰਸ਼ ਛੱਡ ਕੇ ਫਰਸ਼ ਤੇ ਆ ਕੇ ਉਹਦੇ ਕੋਲ ਬਹਿਣਾ ਪੈਂਦਾ, ਉਹਨੂੰ ਪੁੱਛਣਾ ਪੈਂਦਾ, ਦੱਸ ਕੀ ਕਰੀਏ? ਤੂੰ ਜਿਵੇਂ ਕਹੇਂਗਾ ਉਸੇ ਤਰ੍ਹਾਂ ਕਰਾਂਗੇ। ਦੌੜ ਕੇ ਗਏ, ਲੱਭਦੇ ਨੇ ਤੇ ਇੱਕ ਪਾਸਿਓਂ ਪਤਾ ਨਹੀਂ ਲੱਗਦਾ, ਥੋੜੀ ਜਿਹੀ ਕਿਤੋਂ ਆਵਾਜ਼ ਆਈ, ਖੂਹ ਦੇ ਵਿੱਚੋਂ ਆਵਾਜ਼ ਆ ਰਹੀ। ਆਵਾਜ਼ ਕੋਈ ਹੋਰ ਨਹੀਂ, ਆਵਾਜ਼ ਕੋਈ ਗਿਲੇ ਸ਼ਿਕਵੇ ਦੀ ਨਹੀਂ, ਆਵਾਜ਼ ਇੱਕੋ ਆ ਰਹੀ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਆਵਾਜ਼ ਸੀ ਭਾਈ ਮੰਝ ਦੀ। ਉਧਰ ਨੂੰ ਚਲੇ ਗਏ। ਗੁਰੂ ਅਰਜਨ ਦੇਵ ਵੇਖਿਆ ਸਿੱਖ ਖੜਾ ਹੈ, ਲੱਕੜਾਂ ਉੱਪਰ ਚੁੱਕੀਆਂ ਨੇ, ਉਹ ਨਹੀਂ ਡਿੱਗਣ ਦਿੱਤੀਆਂ ਪਾਣੀ ਵਿੱਚ। ਹਜ਼ੂਰ ਨੇ ਆਵਾਜ਼ ਦਿੱਤੀ, ਭਾਈ ਮੰਝ ਲੱਕੜਾਂ ਸਿੱਟ ਕੇ ਬਾਹਰ ਆ ਜਾਓ, ਰੱਸੇ ਨੂੰ ਹੱਥ ਪਾ ਕੇ।
महाराज पहला तुसी आ लकड़ां बाहर कड्डो, सेवा विच विघन ना पै जाए, क्योंकि सेवा सिमरन एक ऐसी कला है, एक करनी, एक तो करनी औखी है, एक इनू निर्विघन करना बड़ा औखा है। थोड़े दिनों बाद कोई ना कोई गल तिलक जाएगी, अगे पिछे हो जाती है। तो सतगुरां ने जदों कहा तो भाई मंझ ने लकड़ां बन दित्तियां, लकड़ां बाहर कढ़ियां, फिर भाई मंझ नूं बाहर कढ़िया। ये एक अजीब मिलनी सी गुरु अर्जन देव जी ते भाई मंझ दी, बहुत महत्वपूर्ण। इंज कह लो कि सिੱਖੀ ਦਾ शिखर उत्थे घड़िया गया उस खूह के कंढे। जदों बाहर निकले, सतगुरां ने बाहों फड़ के कुट के अपनी छाती नाल लाया, भाई मंझ तेरी सेवा प्रवान हो गई, थाएं पै गई, इत्थे ही नहीं अगे भी प्रवान हो गई, तेरी आवाज़ अगे चली गई, तू प्रवान हो गया। मैं एवें नहीं आया, तू प्रवान हो गया। दस तेनू कुछ चाहिदा होवे, अज मैं कुछ देण वास्ते तेनू आया। तू बड़ी कुर्बानी कीती। भाई मंझ हथ जोड़ के सिर झुकिया होया, कुछ बोलते नहीं, सिख दुआले खड़े ने। सतगुरु फिर कहते ने कुछ मंग, दस तेनू की चाहिदा है। उत्थे साध संगत किसी ने बड़े प्यार विच लिखिया है, कहते असी सोचने हाँ कि गुरु अर्जन देव जी सेवा का फल देना चाहते सी, सेवा बड़ी कीती, हुण इहनूं कुछ दे दईए। साडी दुनिया होर है, सिੱਖੀ होर चीज़ है। भाई मंझ मंगते नहीं, गुरु कहते ने मंग। जे साडे वर्गा बंदा पढ़ेगा ना, वो कहेगा भी खूह विच डिगे सन ते कोई गल याद नहीं सी आउंदी, नहीं तो चलो कोई कार कोठी मंग ही लैंदे गुरु कोलों। इन्ने साल हो गए सन भुख तरे सहिंदिआं नूं, मंगिया ही कख नहीं, याद नहीं सी रहा। जे असीं हुंदे दस देंदे इहनूं, 10-12 प्लाट ही मंग लैंदे गुरु अर्जन देव जी। विच ही रह गई गल, गल उत्थे होर। साडी समझ विच वो गल नहीं आएगी जिथे मंझ है। सतगुरां ने फिर क्या कुछ मंग, ते भाई मंझ बाहर निकलिया, बाहर मुखिया, हथ जोड़िया। पहला क्या महाराज गुस्ताखी माफ, तुसां टाइम बहुत, 2-3 वारी तुसीं कहा मंग, मैं बोलिया नहीं। क्यों नहीं बोलिया? कहन लगे बोलिया तां नहीं, इस अंदरले मंगण वाले भौंकण वाले मन नूं जिदण आया सां ते दिन रात मंगदा ही रहिंदा सी, ये भी मंग लै गुरु तू सेवा करके, ये भी मंग लै, ये भी मंग लै। चुप नहीं सी करदा। अज तुसी कोई अंदर किरपा कर दित्ती है, मैं उदों दा इहनूं पुछी जाना, दस कुछ चाहिए ते गुरु बाहर खड़ा होके कहंदा दे देंगा। कहते मन ने जवाब दे दिता, मंझ कुछ नहीं चाहिए, सब कुछ मिल गया। गुरु अर्जन देव जी की बख्शिश मिल गई, कुछ नहीं हुण मंगदा, सब मिलिया, अंदर रज गया। हुण ये की मिलिया, इनू कहते ने इहदी व्याख्या कोई नहीं। ख्याल ये तो पहला धर्म की व्याख्या, ये बड़ी साडे विच दुविधा चलदी, बई धर्म की स्कूलिंग हो सकती है कि नहीं। अद्धे असीं कहने आ जिहड़े थोड़ा जिहा पढ़ गए प्रोफैसर लोग, बई धर्म नूं तुसीं सबजैक्ट के अनुसार करो, लैसन वाइज करो, स्कूलिंग करो, स्कॉलर बनाओ। सारा धर्म तुसीं लाइनां विच बन दो, इस तरह करो, इंज होएगा, साल लगेगा, 2, 3, 4 तुसीं ब्रह्म ज्ञानी बन जाओगे। अद्धे असीं कहने आदि कोई स्कूलिंग नहीं, ना इहदा पता कित्थों शुरू हुंदा कित्थों नहीं। मेरी समझ विच जो आया है, दोवें चीज़ां इहदे विच काम दे सकदियां। किसी हद तक धर्म की स्कूलिंग भी है, उत्थों तक सिੱਖਿਆ जा सकता। कितों तक? जितों तक मंझ होण आए, उतों तक तो सिੱਖਿਆ ही है ना। सुनिया पहला बाणी नूं, फिर समझिया, फिर सेवा की, सब कुछ सुनिया, सिੱਖਿਆ जा सकता इतों तक। पर जिथे अज आए ना, जिथे गुरु अर्जन देव जी कहते कुछ मंग ते अंदर कुछ मिलिया होया है, जे उत्थे कोई भाई मंझ नूं कहे भी दस की मिलिया, वो की है, जिन्हों पा के तू चुप कर गया तो कहता चाहिए कुछ नहीं, उत्थे जाके कोई सबजैक्ट नहीं है, कोई लैसन नहीं।
उस थां ते वो चुप है। वो सिर्फ ऐसा नाम निरंजन होए जे को मन जाने मन को। इनू कहते गूंगे ने मठियाई खा ली। सतगुरां ने कहा मंझ तू कह दिता मैं तृप्त हो गया, पर मेरी तसल्ली तां होवेगी जे तू कुछ मंगेगा। ते उस सिख ने एक दात मंगी साडे वास्ते। फिर खड़े हो गए, कह लगे महाराज जे जरूर देनी है तो एक चीज़ हुण तुसीं दिओ। आले दुआले सिख खड़े ने बड़े, कहंदे दसो। कह लगे एक किरपा करिया जे जिन्नियां कसवटियां तुसीं मेरे ते लाइयां ना, आउण वाले समय ते सिखां ते इन्नियां कसवटियां ना लाया जे, ये दात दे दिओ। हजूर कहंदे क्यों मंझ? कहंदे महाराज ये तो तुसीं पता नहीं किवें मेरे सिर ते हत्थ रखी रखिया, नहीं इत्थे ते हवा नाल बाब रोला आया तो असीं कंब जाने, पता नहीं की हो गया जी, जाओ हत्थ दिखा के आओ। महाराज चिड़ी उड़ गई तो असीं अपशगन च पै जाने। आउण वाले समय विच इन्नियां कसवटियां ना लाया जे, आउण वाले समय विच सिख इन्ने दृढ़ इरादे वाले नहीं होने, ते तुसीं छोटियां कसवटियां लाया जे जरूर, क्योंकि ये गुरु की मजबूरी कि कसवटी लाउणी पैंदी। मैं कई बारी बेनती की है, भाई मंझ वर्गा व्यक्ति बनाउण वास्ते किन्नी मेहनत करनी पैंदी है। जिवें कई बारी चलदे दरिया दे विच पुल बनाउणा होवे, थंम खड़े करने, किन्नियां चोटां मारनियां पैंदियां, किन्नी डूंघाई बनाउणी पैंदी उत्थे। सतगुरु ने उत्थे फिर एक वर दिता, एक बख्शिश कीती। कहन लगे मंझ तू आउण वाले सिखां वास्ते पुल बन गया, जहाज बन गया। पुछया महाराज वो किवें? कहंदे कल्ला हुण नहीं, जदों तक संसार रहेगा तू जहाज होवेगा ते लोग तेरे उत्ते बैठ के पार होणगे। किवें पार होणगे? ते ओ बचन भी कह दिता, कहंदे मंझ प्यारा गुरु नू गुर मंझ प्यारा, मंझ गुरु का बोहे था जग लंघन हारा। बोहे था दे अर्थ ने जहाज, गुरु दा जहाज है मंझ। पुछया महाराज किवें जहाज, केड़ा जहाज? कहंदे भाई मंझ जदों तेरी कोई साखी कमज़ोर मन वाले लोग सुनगे ना, उन्हां दे टुੱਟੇ मन विच विश्वास की जोत जग पैगी, उन्हां विच ताकत आ जाया करेगी। डोले मना वास्ते तेरी गल स्पिरिट बन के कम करेगी, उस वेले असर कर जाएगी। इस करके गुरु के सिखां दे इतिहास ने, जीवन ने, ये सानू घरां दे विच सुनाउणे चाहीदे ने बच्चिआं नूं, तां ही असीं कमज़ोर पै गए। दो चीज़ां सानू दित्तियां, गुरु की बाणी ते उन्हां गुरमुखां दा जीवन जिन्हां बाणी कमाई है जीवन विच। इन्नियां सुनहरी चीज़ां किसी धर्म कोल है नहीं, बड़ियां घट ने। सतगुरां ने भाई मंझ जी नूं जहाज बना दिता सिੱਖੀ दा। इसे तरह भाई बहलों एक सिख सन, ये भी सरवरीए सन। मैं नालों नाल बेनती करदा जां, गुरु अर्जन देव जी का पहला शहीदी का कारण सरवरीए सन, क्योंकि उन्हां दे मेन जिहड़े बंदे सन सारे सिख बन गए, वो विरोधी हो गए। भाई बहलोल इहदा नाम सी, बहलोल सी पहला, फिर आया तो सहजे सहजे भाई बहलों। भाई बहलों जदों आए तो हरमंदर साहिब की कार चलती सी सरोवर दी, ते इट्टां दे आवे लगदे ने। जदों आवे लगे तो एक आवे लाण वाला व्यक्ति खड़ा सी। भाई बहलों नूं गुरु अर्जन देव जी ने ये हुक्म किया भी भाई बहलो जी तुसी दरबार साहिब दे सरोवर की सेवा दे विच दिन रात सेवा करनी, तुहाडा होर कोई काम नहीं। सारा दिन सेवा करते हैं ते रात नूं थोड़ा जिहा आराम करके सिमरन करते रहिंदे। भाई बहलों नूं किसे ने दस्सिया भी ये जिहड़ियां इट्टां ने पानी विच लगणियां ने, सरोवर विच खुर जाणगियां। इन्हां दे आवियां विच जिन्ना कूड़ा पाया जाए, जिन्नी गंदगी पाई जाए, काम बड़ा औखा सी, ओनियां ये पक्कियां होणगियां।
बस भाई बहलों ने साध संगत ये काम पकड़ लिया। अमृतसर साहब का जिन्ना कूड़ा सी ते गंदगी सी, सवेर तो लगना टोकरा लैके शाम तक ढोंदे रहना, शाम तक ढोई जाना। इथों तक कहते शरीर की चमड़ी उखड़ गई ढो ढो। सेवा घालना एवें नहीं बख्शा मिलियां। साध संगत वो गल होर है जिहदे नाल बख्शा मिलदियां ने, वो चीज़ां होर ने। ये काम करते रहे। जदों इट्टां पक्कियां निकलियां, गुरु के सवारियों सतगुरां ने वेख के पुछया, इट्टां बड़ियां सोहणियां ने, कित्थों किवें बणियां ने? किसे दस्सिया भाई बहलों दी सेवा बहुत वड्डी है। हजूर ने बुला के ये बख्शिश की कि भाई बहलों सब तो पहलों तू सब तो पहला है, सब तो पहले नंबर ते है। इस तरह के अनेक सिख और हरमंदर साहिब की साजना, गुरु अर्जन देव जी की शहादत का पहला कारण अज आप वाचिया है। पहला कारण सी उस वेले दे सरवरियां दे लोकां दा सिख बनना, सिक्खी धारण करनी। ये पहले विरोधी ने गुरु अर्जन देव जी दे। 12 तरह के लोग विरोधी होए ने, ध्यान रखना। सियाणे कहते हैं जिस बंदे दे बहुते विरोधी ने वो बहुता कामयाब हुंदा है। ये उहदी निशानी है। ये नहीं धर्म वोटिंग नहीं है। असी कई बारी सोचने जिन्ने लोग पिछे उन्ना वड्डा धर्मी, बिल्कुल नहीं है। धर्म कोई वोटिंग नहीं, धर्म सच्चाई है। तो सच्चाई वोटिंग नाल संबंधित नहीं होंदी, वो घट होंदी है। इस करके आओ गुरु अर्जन देव जी के प्यार में शब्द पढ़िए। सारिਆਂ ने कृपा करनी। जपिओ जिन अर्जन देव गुरु, जपिओ जिन अर्जन देव गुरु, जपिओ जिन जपिओ जिन अर्जन देव गुरु, जपिओ जिन अर्जन देव गुरु। फिर संकट जोन गर्भ ना आयो, जपिओ जिन अर्जन देव गुरु, जपिओ जिन अर्जन देव गुरु। फिर संकट जोन जब लो नहीं भाग लिलारे उदय, जब लो नहीं भाग लिलारे उदय। तब लो भ्रमते फिरते बहुतायो, जपिओ जिन अर्जन देव गुरु, जपिओ जिन अर्जन देव गुरु। फिर संकट जोन गर्भ ना तत् विचार यह मथुरा, तत् विचार यह मथुरा। जग तारन को अवतार बनायो, जपिओ जिन अर्जन देव गुरु, जपिओ जिन अर्जन देव गुरु। जग तारन को फिर संकट जोन गर्भ ना आयो, जपिओ जिन अर्जन देव गुरु, जपिओ जिन अर्जन देव गुरु। फिर संकट गुरु अर्जन देव सच्चे पातशाह जी बख्शिश करन, अपनी रहमतां बख्शां झोली विच पाउण। इन्नियां बेनतियां प्रवान। बेअंत प्रकार दी भुलां चुकां दी खिमा। वाहिगुरू जी का खालसा, वाहिगुरू जी की फतेह।